I was born in Tehran. ਮੇਰੇ ਦਾਦਾ ਜੀ ਵੀ tehran ਦੇ ਈਰਾਨ ਦੇ born ਹਨ. My mother was also born there. My mother's father was also born there. ਤੁਹਾਡੀ ਫਿਰ ਲੈਂਗੁਏਜ ਕਿਸੇ ਪੰਜਾਬੀ ਤੁਸੀਂ ਬੋਲਦੇ ਸੀ ਉੱਥੇ ਕਿ ਪਰਸ਼ੀਅਨ ਬੋਲਦੇ ਸੀ? ਘਰ ਵਿੱਚ ਤੇ ਪਿਓਰ ਪੰਜਾਬੀ ਚੱਲਦੀ ਸੀ. My dad was very strict about Punjabi as we are Sikhs. So but I know 5 languages very thoroughly. ਮੁਸਲਿਮ ਮੈਜੋਰਟੀ ਦੇਸ਼ ਵਿੱਚ ਰਹਿਣਾ ਐਜ਼ ਅ ਮਿਨੋਰਟੀ ਕਿਵੇਂ ਦਾ ਕੁਝ ਹੋ ਸੀਗਾ? ਮੈਂ ਤੁਹਾਨੂੰ ਬਿਲਕੁਲ ਦਿਲ ਨਾਲ ਇਹ ਆਨਸਰ ਦੱਸਣਾ ਚਾਹੁੰਦੀ ਹਾਂ ਕਿ ਸਾਨੂੰ ਬਿਲਕੁਲ ਵੀ ਇਹ 1 ਸੈਕਿੰਡ ਵਾਸਤੇ ਵੀ ਮਹਿਸੂਸ ਨਹੀਂ ਕਿਸੇ ਮੁਸਲਿਮ ਇਰਾਨੀਅਨ ਨੇ ਕਰਾਇਆ ਕਿ ਅਸੀਂ ਇੰਡੀਅਨ ਆ. ਮਾਈ ਡੈਡ ਵਾਸ ਦ ਫਰਸਟ ਟੂ Indian families ਜਿਨ੍ਹਾਂ ਦਾ ਆਪਣਾ ਘਰ ਸੀ. ਬਾਅਦ ਵਿੱਚ ਉਹ law ਹੀ change ਹੋ ਗਿਆ. They could not buy houses there at that time. My dad, he was one of the prominent men in Iran. He was the only man who was ready to do Akhand Path Seva at 2 to 4. ਜਿਵੇਂ ਇੱਥੇ ਲੋਕਲ ਸਿੰਘ ਸਭਾ ਗੁਰਦੁਆਰਿਆਂ 'ਚ ਵੀ ਇੱਕ ਪ੍ਰਥਾ ਹੈ ਕਿ ਸੈਟਰਡੇਜ਼ ਜਾਂ ਸੰਡੇਜ਼ ਸਾਰੀਆਂ ਫੈਮਲੀਆਂ ਇਕੱਠੀਆਂ ਹੁੰਦੀਆਂ ਉੱਥੇ ਫਰਾਈਡੇ ਤੇ ਸਿੰਗਲ ਉਹ ਹੈਂਡਡਲੀ. ਗੁਰਦੁਆਰਾ ਦੀ ਸੰਭਾਲ ਕੌਣ ਕਰ ਰਿਹਾ ਉੱਥੇ? ਬੜੀ ਸਪੈਕੂਲੇਸ਼ਨ ਆਉਂਦੀ ਹੈ ਐਸਜੀਪੀਸੀ ਦੀ ਵੀ ਗੁਰਦੁਆਰੇ ਸਾਹਿਬ ਦਾ ਕੁਝ ਕਰਨਾ ਹੈ ਨਾ ਤਾਂ ਕੁਝ ਹੋਇਆ ਨਾ ਅੱਜ ਕੁਝ ਹੋ ਰਿਹਾ ਹੈ. ਇਟ ਇਜ਼ ਫਾਈਨ ਔਰ ਹਰ ਇੱਕ ਚੀਜ਼ ਬਿਲਕੁਲ ਬਾਬਾ ਜੀ ਦਾ ਪ੍ਰਕਾਸ਼ ਟਾਈਮ ਤੇ ਹੁੰਦਾ ਹੈ. ਸੁਖਾਸਨ ਹੁੰਦਾ ਹੈ. ਸਭ ਕੁਝ ਹੋ ਰਿਹਾ ਹੈ. ਕੀਰਤਨ ਹੋ ਰਿਹਾ ਹੈ. ਰਾਗੀ ਸਾਹਿਬ ਵੀ ਹਨ, ਸੇਵਾਦਾਰ ਵੀ ਹਨ. ਸਭ ਕੰਮ ਚੱਲ ਰਿਹਾ ਹੈ. ਤੇ ਗੁਰਦੁਆਰਾ ਸਾਹਿਬ ਇੱਕੋ ਹੀ ਹੈ ਵੈਸੇ ਓਵਰਆਲ? ਇੱਕੋ ਗੁਰਦੁਆਰਾ ਹੈ ਜੀ. ਇੱਕ ਜ਼ੈਦਾਨ ਵੀ ਹੈ. ਅੱਛਾ ਹਾਂਜੀ ਹੁਣ ਜ਼ੈਦਾਨ ਬੜੇ ਘੱਟ ਲੋਕ ਰਹਿ ਗਏ. ਸਾਡੇ ਵਾਸਤੇ ਇੱਕ ਮਿਥ ਹੈ ਈਰਾਨ ਨੂੰ ਲੈ ਕੇ, ਕੁਝ ਐਵੇਂ ਦੇ ਮਿਥ ਤੁਹਾਨੂੰ ਲੱਗਦਾ ਵੀ ਨਹੀਂ ਅਸੀਂ ਜਿਹੜੇ ਭਰਮ ਪਾਲੇ ਹੋਏ ਨੇ? ਬੜੇ ਭ੍ਰਮਣ. ਇੱਕ ਤੇ ਹਰ ਇੱਕ ਕੋਈ ਸੋਚਦਾ ਬੜਾ ਗਰਮ ਦੇਸ਼ ਹੈ ਜਿਸ ਤਰ੍ਹਾਂ ਮਿਡਲ ਈਸਟ ਹੈ ਵਿਚ ਇਜ਼ ਐਬਸੋਲੂਟਲੀ ਰੋਂਗ. ਠੰਡਾ ਮੌਸਮ ਹੁੰਦਾ ਹੈ. ਜਿੰਨੇ ਇੰਡੀਆ ਦੀ ਸਿਵਲਾਈਜੇਸ਼ਨ ਪੁਰਾਣੀ ਹੈ ਉਨੀ ਈਰਾਨ ਦੀ ਵੀ ਹੈ. ਤੇ ਤੁਸੀਂ ਲਾਸਟ ਕਦੋਂ ਗਏ ਸੀਗੇ? 2014. ਤੁਸੀਂ 2014 ਚ ਗਏ ਤੇ ਕੋਈ ਐਸੀ ਮੈਮਰੀ ਨਾਲ ਗਏ ਸੀ ਜਿਹੜੀ ਤੁਹਾਨੂੰ ਸੀਗਾ ਵੀ ਹਾਂ ਉਸ ਜਗ੍ਹਾ ਤੇ ਮੈਂ ਜਾਣਾ ਹੀ ਆ, ਉੱਥੇ ਮੇਰੇ ਕੋਈ ਬਚਪਨ ਦੀ ਕੋਈ ਮਾਈ ਬਹੁਤ ਮਿੱਠੀ ਆ? ਹਾਊਸ ਆਈ ਵੈਂਟ देयर. ਹੁਣ ਉੱਥੇ ਫੈਕਟਰੀ ਬਣ ਗਈ. ਉਹ ਉੱਥੇ ਜਾ ਕੇ ਮੈਂ ਫਰਸਟ ਵਰਡ ਇਹ ਸੀ ਇਨ ਖੁਨੈਮਨ ਹੈ. ਇਹ ਮੇਰਾ ਘਰ ਹੈ. ਇਸੇ ਘਰ ਉਹਨਾਂ ਦਾ ਕੀ ਰਿਐਕਸ਼ਨ ਸੀ? ਕਹਿੰਦਾ ਉਹ ਦੇ ਆਰ ਸੋ ਗੁੱਡ ਪੀਪਲ. ਕਾਬਿਲ ਨੇ ਖੁਨੇ ਸ਼ਮਸ ਵੀ ਤੇਰੇ ਹੀ ਘਰ ਹੈ, ਜਦੋਂ ਚਾਹੋ ਯੂ ਕੈਨ ਕਮ. ਤੁਹਾਡੀ ਫੈਮਿਲੀ ਇਮੀਡੀਏਟ ਫੈਮਿਲੀ ਚ ਕੋਈ ਨਹੀਂ ਹੈ ਉੱਥੇ? ਤਾਇਆ ਤਾਈ ਚਾਚਾ ਹਨ ਉੱਥੇ. ਉਹਨਾਂ ਦੇ ਬੱਚੇ ਹੈਗੇ. ਉਹ ਉਸੇ ਘਰ ਦੇ ਆਸੇ-ਪਾਸੇ ਰਹਿ ਰਹੇ ਨੇ? ਨਹੀਂ ਹੁਣ ਥੋੜੇ ਜਿਹੇ ਅਲੱਗ-ਅਲੱਗ ਜਗ੍ਹਾ ਚਲੇ ਗਏ. ਅੱਜ ਦੀ ਡੇਟ ਵਿੱਚ ਹੁਣ ਤੁਹਾਨੂੰ ਜੇ ਪਰਸ਼ੀਅਨ ਫੂਡ ਮਿਲੇ? Oh my God, what are you saying? Persian. I'll have cholo kebab anytime. ਤੇ ਲੈਂਗੁਏਜ ਵਾਈਜ਼ ਵੀ ਤੁਸੀਂ ਪਰਸ਼ੀਅਨ ਬੋਲਣੀ ਪਸੰਦ ਕਰਦੇ ਹੋ ਕਿ ਪੰਜਾਬੀ? When I have to speak to my sister and brother, ਆਪਸ ਵਿੱਚ ਅਸੀਂ ਪਰਸ਼ੀਅਨ ਬੋਲਦੇ ਆ ਕਾਫੀ. My kids don't understand. ਤੇ ਉਹ ਥੋੜੇ ਚਿੜ ਜਾਂਦੇ ਨੇ ਤੁਸੀਂ ਤੁਹਾਡੀ ਲੈਂਗੁਏਜ ਅਸੀਂ ਬੋਲਦੇ ਹੋ. My mom, whenever she used to come to India, she was so used to the words in Farsi ਕਿ ਅਸੀਂ for granted ਲੈਨੇ ਕਿ ਦੂਜੇ ਨੂੰ ਤੇ ਸਮਝ ਆ ਹੀ ਜਾਏਗਾ. Like ਕੂੜੇ ਵਾਲੇ ਨੂੰ ਲੱਗੇ ਨਾ ਕੂੜੇ ਵਾਲਾ ਆਇਆ. We used to say ਅਸ਼ਕਾਲੀ ਆਇਆ ਜਾਂ ਨਹੀਂ ਆਇਆ. ਜਿਵੇਂ ਮੈਂ ਛੋਲੋ ਕਬਾਬ ਕਿਹਾ, I forgot that you won't understand. ਹਾਂ So then I had to ਮੈਂ ਤਾਂ ਛੋਲੇ ਐਕਚੁਅਲੀ ਲੈ ਕੇ ਜਾ ਰਿਹਾ ਸੀ ਵੀ ਕੋਈ ਮੇਬੀ ਵਾਈਟ ਤਾਂ ਬਲੈਕ ਛੋਲੇ. ਛੋਲੋ ਮੀਨਸ ਚਾਵਲ. ਛੋਲੋ ਕਹਿੰਦੇ. ਫਿਰ ਜਦੋਂ ਤੁਸੀਂ ਇੰਡੀਆ ਆਏ ਉਦੋਂ ਕੀ ਕਲਚਰਲ ਸ਼ੌਕ ਜਾਂ ਲੱਗਿਆ ਸੀ ਜਾਂ ਕਿਵੇਂ? ਉਹ ਕੀ ਫੀਲਿੰਗ ਸੀਗੀ ਉਦੋਂ ਵੀ? ਮੁਸ਼ਕਿਲ ਆਂਦੀ ਸੀ ਐਡਜਸਟਮੈਂਟ ਟੂ ਦ ਵੈਦਰ. ਸੋ ਮਚ ਹੌਰਨਸ. ਇੱਕ ਇਹ ਕਿ ਬਈ ਇੱਥੇ ਲੋਕ ਬਹੁਤ ਝੂਠ ਬੋਲਦੇ ਨੇ. ਇਰਾਨੀਅਨਸ ਝੂਠ ਨਹੀਂ ਬੋਲਦੇ. ਅਸੀਂ ਕਦੀ ਝੂਠ ਬੋਲਣਾ ਨਹੀਂ ਸਿੱਖਿਆ. ਸਿੱਖ ਕਮਿਊਨਿਟੀ ਹੈ ਤੇ ਈਰਾਨ ਦੀ ਜਿਹੜੀ ਕਮਿਊਨਿਟੀ ਹੈ ਇਹ ਸਟੈਂਡ ਲੈਣ ਦੇ ਵਿੱਚ ਕੁਝ ਐਸਾ ਹੀ ਨਹੀਂ ਤੁਹਾਨੂੰ ਲੱਗਦਾ? ਬਿਲਕੁਲ ਇੰਗੋ ਜੇ ਅਗਰ ਮਾਰਨੇ ਤੇ ਸਾਹਮਣੇ ਤੋਂ ਮਾਰ, ਪਿੱਠ ਪਿੱਛੇ ਨਾ ਮਾਰ ਔਰ ਕਿਸੇ ਦੀ ਆੜ ਵਿੱਚ ਨਾ ਮਾਰ. ਜਦੋਂ ਵੀ ਕੋਈ ਨਿਊਜ਼ ਆਉਂਦੀ ਹੈ ਨਾ, ਟੂ ਬੀ ਵੈਰੀ ਓਨੈਸਟ, ਯੂ ਨੋ, ਮਾਈ ਹਾਰਟ ਗੋਜ਼ ਆਊਟ ਟੂ ਦ ਪੀਪਲ ਆਫ Iran. I can remember the time I was there. ਇਹ ਟਾਈਮ ਤੋਂ ਉਸ ਤੋਂ ਵੀ ਖਤਰੇ ਵਾਲਾ ਹੈ. I actually feel devastated ਜਦੋਂ ਜਿਸ ਤਰ੍ਹਾਂ ਸਕੂਲ ਗਰਲਸ ਦੀ ਡੈਥ ਹੋਈ ਸੀ. ਈਰਾਨ ਅੱਜ ਸਭ ਤੋਂ ਜ਼ਿਆਦਾ ਤਣਾਅ ਦੇ ਮਾਹੌਲ ਦੇ ਵਿੱਚ ਹੈ ਔਰ ਇਸ ਤਣਾਅ ਇਹਨਾਂ ਹੈਡਲਾਈਨਸ ਦੇ ਪਿੱਛੇ ਬਹੁਤ ਸਾਰੀਆਂ ਇਮੋਸ਼ਨਲ ਸਟੋਰੀਜ਼ ਹੁੰਦੀਆਂ ਨੇ. ਔਰ ਇਹ ਜਿਹੀਆਂ ਹੀ ਕੁਝ ਇਮੋਸ਼ਨਲ ਸਟੋਰੀਜ਼, ਇਹ ਜਿਹੀਆਂ ਹੀ ਕੁਝ ਯਾਦਾਂ ਬਾਰੇ ਗੱਲ ਕਰਨ ਲਈ ਅੱਜ ਸਾਡੇ ਵਿੱਚ ਤਹਿਰਾਨ 'ਚ ਜੰਮੇ ਪਲੇ ਹਰਲੀਨ ਮੈਮ ਬੈਠੇ ਨੇ. ਹਰਲੀਨ ਮੈਮ ਫਿਲਮ ਮੇਕਰ ਨੇ ਤੇ ਅਸੀਂ ਇਹਨਾਂ ਤੋਂ ਬਹੁਤ ਕੁਝ ਸਿੱਖਦੇ ਵੀ ਰਹੇ ਹਾਂ ਫਿਲਮ ਮੇਕਿੰਗ ਦੇ ਐਂਗਲ ਤੋਂ. ਅੱਜ ਕਿਉਂਕਿ ਇਹਨਾਂ ਦਾ ਜਨਮ ਉੱਥੇ ਹੋਇਆ ਹੈ ਉਸ ਬਾਰੇ ਗੱਲਬਾਤ ਕਰਨ ਦਾ ਅਸੀਂ ਸੋਚਿਆ. ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਨ ਇੰਡੀਆ ਪੰਜਾਬ. ਥੈਂਕ ਯੂ ਵੈਰੀ ਮਚ. ਤੁਹਾਡਾ ਵੀ. ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਬਚਪਨ ਕਿਹੋ ਜਿਹਾ ਸੀਗਾ? ਕੀ ਯਾਦਾਂ ਨੇ ਤੁਹਾਡੀਆਂ ਤਹਿਰਾਨ ਦੇ ਨਾਲ? ਬਚਪਨ ਬਹੁਤ ਹੀ ਬ੍ਰਾਈਟ ਤੇ ਕਲਰਫੁਲ ਸੀ. I was the most pampered child as I was born in Tehran. So I had the looks of Iranian people at that time. The school we went to, the community, everybody, बड़े close knit family होंदी है ना, very close knit, बड़े नज़दीक सी. तो एक दूजे नाल जिस तरह सारे भरा भैन नहीं होंदे, बस असी सारे हो जे सी. स्कूल जांदे सी लगदा सी अपने ही भरा भैन.
So it was like this. It was an Indian school. ਦਿਸ ਇਜ਼ ਵਿਚ ਈਅਰ ਮੈਮ ਇੱਕ ਜਿਹੜਾ ਸਕੂਲਿੰਗ ਤੁਹਾਡੀ ਹੋਈ ਹੈ? ਉੱਥੋਂ ਤੁਹਾਨੂੰ ਮੇਰੀ ਉਮਰ ਨਹੀਂ ਪਤਾ ਚੱਲ ਜਾਏਗੀ। So schooling was it started in 1979 I think. ਜਦੋਂ ਤੁਸੀਂ ਉੱਥੇ ਸੀਗੇ ਤੇ ਕਿੰਨੇ ਸਿੱਖ ਪਰਿਵਾਰ ਕਿੰਨੇ ਸੀਗੇ? ਸਿੱਖ ਪਰਿਵਾਰ ਤਾਂ 300-400 ਫੈਮਿਲੀ ਸੀ ਇਨ ਤਹਿਰਾਨ ਹੋਣੀ? ਯਾ ਬਟ ਮੈਂ ਬੜੀ ਛੋਟੀ ਸੀ ਜਦੋਂ ਰੈਵੋਲੂਸ਼ਨ ਆਈ ਥਿੰਕ ਉਸੇ ਟਾਈਮ ਹੀ ਹੋਈ ਸੀ। I was 3-4-5 years old ਮੈਂ Okay. and ਉਸੇ ਟਾਈਮ ਹੀ ਰੈਵੋਲੂਸ਼ਨ ਹੋਈ ਸੀ। ਜਦੋਂ ਰੈਵੋਲੂਸ਼ਨ ਹੋਈ ਨਾ ਫਿਰ many families migrated from there to India. Some people went to England, some people went to America. तो बड़े ਮਾਈਗ੍ਰੇਸ਼ਨਸ ਹੋਈਆਂ ਫਿਰ ਵਾਰ ਦੇ ਵਿੱਚ। ਆਬਵੀਅਸਲੀ ਮੁਸਲਿਮ ਮੈਜੋਰਿਟੀ ਦੇਸ਼ ਵਿੱਚ ਰਹਿਣਾ ਐਜ਼ ਅ ਮਿਨੋਰਿਟੀ ਕਿਵੇਂ ਦਾ ਕੁਝ ਉਹ ਸੀਗਾ? ਮੈਂ ਤੁਹਾਨੂੰ ਬਿਲਕੁਲ ਦਿਲ ਨਾਲ ਇਹ ਆਨਸਰ ਦੱਸਣਾ ਚਾਹੁੰਦੀ ਹਾਂ, ਪੂਰੀ ਦੁਨੀਆ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਨੂੰ ਬਿਲਕੁਲ ਵੀ ਇਹ 1 ਸੈਕਿੰਡ ਵਾਸਤੇ ਵੀ ਮਹਿਸੂਸ ਨਹੀਂ ਕਿਸੇ ਮੁਸਲਿਮ ਇਰਾਨੀਅਨ ਨੇ ਕਰਾਇਆ ਕਿ ਅਸੀਂ ਇੰਡੀਅਨ ਆ। ਅੱਛਾ। ਜਿਤਨੀ ਰਿਸਪੈਕਟ ਸਾਨੂੰ ਉਸ ਕੰਟਰੀ 'ਚ ਮਿਲੀ ਹੈ ਨਾ, ਰੀਅਲੀ ਯੂ ਵੋਂਟ ਬਿਲੀਵ ਕਿ ਮੁਸ਼ਕਿਲ ਹੁੰਦਾ ਹੈ ਵਿਸ਼ਵਾਸ ਕਰਨਾ, ਪਰ ਜਿੰਨੀ ਰਿਸਪੈਕਟ ਉਹਨਾਂ ਨੇ ਇੰਡੀਅਨਸ ਦੀ ਕੀਤੀ ਹੈ ਨਾ, ਸਿੱਖਾਂ ਦੀ, ਉਨੀ ਪੂਰੀ ਦੁਨੀਆ ਵਿੱਚ ਸ਼ਾਇਦ ਮਿਲਾ ਕੇ ਵੀ ਉਨੀ ਸ਼ਾਇਦ ਨਾ ਮਿਲੀ ਹੋਏ। ਆਈ ਐਮ ਨਾਟ ਸ਼ੋਰ, ਮੈਂ ਮਤਲਬ ਇੱਕ ਸਿੰਬਲਾਈਜ਼ ਕਰਨ ਵਾਸਤੇ ਕਿ ਨੈਵਰ ਐਵਰ ਫੈਲਟ ਦੈਟ ਵੀ ਆਰ ਅ ਮਾਈਨੋਰਿਟੀ। ਠੀਕ ਹੈ। ਤੇ ਤੁਹਾਡੇ ਜਿਹੜੇ ਫਰੈਂਡ ਸੀਗੇ ਉਹ ਸਾਰੇ ਮੁਸਲਿਮ ਕਮਿਊਨਿਟੀ ਤੋਂ ਸੀ? ਨਾ ਸਿੱਖ ਸੀਗੇ। ਇੰਡੀਅਨ ਸਕੂਲ ਸੀ ਨਾ, ਸਿੱਖਾਂ ਦੀ ਫੈਮਿਲੀ ਹੈ। ਯੂਜੂਅਲੀ ਜਿਹੜੇ ਪਹਿਲੇ ਮਾਈਗ੍ਰੇਟ ਕੀਤੇ ਸੀ ਉਹ ਸਾਰੇ ਬੜੇ ਪੁਰਾਣੇ ਹੀ ਸਿੱਖ ਹੈ। ਠੀਕ ਹੈ। ਮੇਰੇ ਦਾਦਾ ਜੀ ਵੀ ਤਹਿਰਾਨ ਦੇ ਈਰਾਨ ਦੇ ਬੋਰਨ ਹਨ। ਓਕੇ। ਹਾਂਜੀ, ਇਸਫਹਾਨ ਦੇ ਬੋਰਨ ਹਨ ਇਨ ਫੈਕਟ। ਅੱਛਾ। ਤੇ ਉਹ ਵੈਸੇ ਮੂਵ ਕਿੱਥੋਂ ਹੋਏ ਸੀਗੇ? ਉਹ ਇਧਰੋਂ ਇੰਡੀਆ ਵੱਲੋਂ? ਜਦੋਂ ਹਲੇ ਪਾਕਿਸਤਾਨ ਦੀ ਪਾਰਟੀਸ਼ਨ ਨਹੀਂ ਹੋਈ ਸੀ ਨਾ, ਮਚ ਬਿਫੋਰ ਦ ਪਾਰਟੀਸ਼ਨ ਉਹ ਮੂਵ ਕਰ ਗਏ ਸੀ। ਓਕੇ। ਹਾਂਜੀ। ਤੇ ਤੁਹਾਡੀ ਫਿਰ ਲੈਂਗੁਏਜ ਕਿਸੇ ਪੰਜਾਬੀ ਤੁਸੀਂ ਬੋਲਦੇ ਸੀ ਉੱਥੇ ਕਿ ਪਰਸ਼ੀਅਨ ਬੋਲਦੇ ਸੀ? ਨਾ ਘਰ ਵਿੱਚ ਤੇ ਪਿਓਰ ਪੰਜਾਬੀ ਚੱਲਦੀ ਸੀ। ਮਾਈ ਡੈਡ ਵਾਸ ਵੈਰੀ ਸਟ੍ਰਿਕਟ ਅਬਾਊਟ ਪੰਜਾਬੀ ਐਜ਼ ਵੀ ਆਰ 6 ਤੋ ਬਟ ਆਈ ਨੋ 5 ਲੈਂਗੁਏजेस ਵੈਰੀ ਥੋਰੋਲੀ। ਮੈਨੂੰ ਇੰਗਲਿਸ਼ ਆਂਦੀ ਹੈ, ਪੰਜਾਬੀ ਆਂਦੀ ਹੈ, ਹਿੰਦੀ ਆਂਦੀ ਹੈ, ਫਾਰਸੀ ਬਹੁਤ ਅੱਛੀ ਆਂਦੀ ਹੈ ਵਿਚ ਇਜ਼ ਪਰਸ਼ੀਅਨ ਨਾਓ ਕਾਲ ਪਰਸ਼ੀਅਨ, ਤੇ ਉਰਦੂ ਥੋੜੀ ਆਂਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਲਮੋਸਟ 15% ਫਾਰਸੀ ਦਾ ਉਹ ਹੈਗਾ। ਬਿਲਕੁਲ ਤੇ ਫਾਰਸੀ ਸਿੱਖ ਧਰਮ ਦੇ ਵੈਸੇ ਵੀ ਕਾਫੀ ਕਲੋਜ਼ ਰਹੀ ਹੈ। ਬਿਲਕੁਲ। ਤੁਸੀਂ ਦੇਖੋ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਆਪਣੀ ਬਾਣੀ ਲਿਖੀ ਕਾਫੀ ਫਾਰਸੀ ਵਿੱਚ ਹੀ ਹੈ। ਬਿਲਕੁਲ। ਤੇ ਕਿਤਨੀ ਪੁਰਾਣੀ ਸਿਵਲਾਈਜੇਸ਼ਨ ਈਰਾਨ ਹੋਏਗੀ ਜਿੱਥੇ ਫਾਰਸੀ ਚਲਦੀ ਹੈ। ਤਾਂ ਮਤਲਬ ਈਰਾਨ ਇਜ਼ ਅੰਡਰ ਐਸਟੀਮੇਟਡ। ਪੂਰੀ ਦੁਨੀਆ ਵਿੱਚ ਉਸ ਨੂੰ ਹਲੇ ਕੋਈ ਸਮਝ ਨਹੀਂ ਸਕਿਆ ਕਿ ਜਿੰਨੀ ਇੰਡੀਆ ਦੀ ਸਿਵਲਾਈਜੇਸ਼ਨ ਪੁਰਾਣੀ ਹੈ ਉਨੀ ਈਰਾਨ ਦੀ ਵੀ ਹੈ। ਮੇਰਾ ਸਵਾਲ ਐਕਚੁਅਲੀ ਇਹ ਸੀਗਾ ਕਿ ਜਿਸ ਤਰ੍ਹਾਂ ਲੈਂਗੁਏਜ ਦਾ ਗੁਰੂ ਗ੍ਰੰਥ ਸਾਹਿਬ ਕਰਕੇ ਆਪਾਂ ਕਾਫੀ ਫਾਰਸੀ ਪੜ੍ਹਦੇ ਆ, ਉਵੇਂ ਹੀ ਉੱਥੋਂ ਦੇ ਲੋਕਾਂ ਦਾ ਤੇ ਸਿੱਖਾਂ ਦਾ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਇੱਕੋ ਜਿਹੇ ਹੀ ਲੋਕ ਨੇ? ਉਹ ਇੱਕੋ ਜਿਹੇ ਤੇ ਨਹੀਂ ਹਨ ਕਿਉਂਕਿ ਸ਼ੀਆ ਮੁਸਲਿਮਸ ਆਰ ਡਿਫਰੈਂਟ ਫਰਮ ਸਿੱਖਸ। ਲੇਕਿਨ ਸਿਮਿਲੈਰਿਟੀ ਇਹ ਹੈ ਕਿ ਜਿਸ ਤਰ੍ਹਾਂ ਆਈਡਲ ਵਰਸ਼ਿਪ ਸਿੱਖਾਂ ਵਿੱਚ ਨਹੀਂ ਹੈ, ਉਸ ਤਰ੍ਹਾਂ ਇਰਾਨੀਅਨਸ ਵਿੱਚ, ਮੁਸਲਿਮਸ ਵਿੱਚ ਵੀ ਨਹੀਂ ਹੈ। ਠੀਕ ਹੈ ਨਾ। ਤੇ ਚਲਦੀ ਸਿਰਫ ਪਰਸ਼ੀਅਨ ਹੀ ਹੈ ਬਾਹਰ, ਫਾਰਸੀ ਵਿੱਚ ਹੀ ਬੋਲਿਆ ਜਾਂਦਾ। ਜਿਸ ਤਰ੍ਹਾਂ ਤੁਸੀਂ ਦੁਕਾਨ ਤੋਂ ਕੋਈ ਚੀਜ਼ ਲੈਣ ਜਾਓ ਤਾਂ ਤੁਹਾਨੂੰ ਫਾਰਸੀ ਬੋਲਣੀ ਹੀ ਪੈਂਦੀ ਹੈ। ਹੁਣ ਵਿਦ ਟਾਈਮਸ ਦੇ ਨੋ ਇੰਗਲਿਸ਼ ਆਂਦੀ ਹੈ ਪਰ ਪੰਜਾਬੀ ਨਹੀਂ ਆਂਦੀ ਹੈ। ਪੰਜਾਬੀ ਸਿਰਫ ਘਰ ਤੱਕ ਹੈ ਕਿ ਅਸੀਂ ਆਪਣੀ ਲੈਂਗੁਏਜ ਨਾਲ ਜੁੜੇ ਰਹੀਏ। ਹੁਣ ਤੁਹਾਡੇ ਉੱਥੇ ਕਨੈਕਟਸ ਹੈਗੇ ਨੇ ਫੈਮਿਲੀਜ਼? ਹੁਣ ਵੀ ਉੱਥੇ? ਹਾਂਜੀ, ਬੜੇ ਰਿਲੇਸ਼ਨਸ ਹੈਗੇ। ਅੱਛਾ। ਹੁਣ ਤਾਂ ਬੜੀ ਘੱਟ ਫੈਮਿਲੀਜ਼ ਐਟ ਦਿਸ ਟਾਈਮ। ਹੁਣ ਇਸ ਟਾਈਮ ਤੇ ਤਾਂ ਬਹੁਤ ਘੱਟ ਫੈਮਿਲੀਜ਼ ਰਹਿ ਗਈਆਂ ਪਿੱਛੇ। ਬਾਕੀ ਥੋੜੇ ਟਾਈਮ ਵਾਸਤੇ ਜਿਸ ਤਰ੍ਹਾਂ ਇੰਡੀਆ ਆ ਗਏ ਤੇ ਕਈ ਪਰਮਨੈਂਟਲੀ ਸ਼ਿਫਟ ਦੁਬਈ ਕਰ ਗਏ, UAE। ਹਾਂਜੀ। ਤੇ ਹੁਣ ਕਨੈਕਟ 40-50 ਫੈਮਿਲੀਜ਼ ਹਲੇ ਵੀ ਹੈਗੀਆਂ। ਹਾਂਜੀ, ਗਰੁੱਪਸ ਬਣੇ WhatsApp ਦੇ ਵੀ। ਸਾਨੂੰ ਤੇ 1 ਮਿੰਟ ਦੀ ਜਦੋਂ ਵੀ ਉੱਥੇ ਇੰਟਰਨੈਟ ਰਿਸਟੋਰ ਹੁੰਦਾ ਹੈ, ਫਿਲਹਾਲ ਤੇ ਇਟਸ ਨਾਟ ਵਰਕਿੰਗ, ਤੇ ਰੀਸਟੋਰ ਹੁੰਦਾ ਤਾਂ ਤੁਹਾਨੂੰ ਮੈਸੇਜ ਆ ਜਾਂਦੇ ਨੇ। ਹਾਂਜੀ, ਉਸ ਟਾਈਮ ਹਰੇ ਕੋਈ ਕਰਦੇ ਵੀ ਆ ਸੇਫ, ਅੱਜ ਇਹ ਹੋਇਆ, ਅੱਜ ਵੀ ਹੈਵ ਐਵਰੀ ਨਿਊਜ਼ ਵਿਦ ਅਸ ਅਪਡੇਟਡ, ਜੋ ਇੱਥੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਏ, ਪਰ ਬਿਕਾਜ਼ ਵੀ ਆਰ ਕਨੈਕਟਡ ਦੈਟਸ ਵਾਈ ਵੀ ਨੋ। ਤੇ ਤੁਸੀਂ ਦੱਸ ਰਹੇ ਸੀ ਵੀ ਤੁਹਾਡੇ ਦਾਦਾ ਜੀ ਦਾ ਬਰਥ ਵੀ ਉੱਥੋਂ ਦਾ ਹੀ ਹੈ? ਹਾਂਜੀ। ਤੇ ਫਿਰ ਜਿਹੜੇ ਮਤਲਬ ਉਹ ਤਾਂ ਜਦੋਂ ਗੁਰਦੁਆਰਿਆਂ ਦੀ ਉੱਥੇ ਨੀਂਹ ਪੱਥਰ ਰੱਖੇ ਗਏ ਹੋਣਗੇ, ਉਹ ਉਹਨਾਂ ਦੇ? ਹਾਂਜੀ, ਬਿਲਕੁਲ ਹੈਗੇ ਸੀ। ਅੱਛਾ। ਮਾਈ ਡੈਡ ਵਾਸ ਦ ਫਰਸਟ 2 ਇੰਡੀਅਨ ਫੈਮਿਲੀ ਜਿਨ੍ਹਾਂ ਦਾ ਆਪਣਾ ਘਰ ਸੀ। ਓਕੇ। ਬਾਕੀ ਉੱਥੇ ਕਿਸੇ ਦਾ ਵੀ ਘਰ ਨਹੀਂ ਸੀ, ਇੰਨੇ ਪੁਰਾਣੇ ਹੈਗੇ। ਓਕੇ।
ਬਾਅਦ ਵਿੱਚ ਉਹ law ਹੀ ਚੇਂਜ ਹੋ ਗਿਆ, they could not buy houses there at that time. ਫਿਰ ਥੋੜੇ ਟਾਈਮ ਬਾਅਦ ਚੇਂਜ ਹੋ ਗਿਆ. Okay. But my dad Dildar Singh and ਇੱਕ ਹੋਰ ਮੇਰੇ mother ਦੇ ਚਾਚਾ ਜੀ, my mother was also born there. Okay. My mother's father was also born there. Oh. ਤੋ ਉਹਨਾਂ ਦੇ ਚਾਚਾ ਸੀਗੇ ਸਾਰੇ ਕੰਮ ਕਰ ਮਤਲਬ ਟ੍ਰੇਡਸ ਹੀ ਕਰ ਰਹੇ ਸੀ ਤੁਸੀਂ? ਸਿੱਖ, ਹਾਂਜੀ, business. Okay. My dad was, before revolution, he used to do a job in a shipping company Okay. in Bandar Abbas. Okay. Bandar Abbas. So, but after revolution, he business switch ਸ਼ੁਰੂ ਕਰਤਾ, ਫਿਰ business ਕਰਨ ਲੱਗ ਗਿਆ ਕਿਉਂਕਿ ਉਹ ਫਿਰ obviously ਬੜੇ ਲੋਕ ਉੱਥੋਂ ਚਲੇ ਗਏ. ਸਾਡੇ ਵਾਸਤੇ ਇੱਕ ਮਿਥ ਹੈ ਈਰਾਨ ਨੂੰ ਲੈ ਕੇ, ਕੁਝ ਐਵੇਂ ਦੇ ਮਿਥ ਤੁਹਾਨੂੰ ਲੱਗਦਾ ਵੀ ਨਹੀਂ ਅਸੀਂ ਜਿਹੜੇ ਭਰਮ ਪਾਲੇ ਹੋਏ ਨੇ? ਬੜੇ ਭ੍ਰਮਣ, ਇੱਕ ਤੇ ਹਰ ਇੱਕ ਕੋਈ ਸੋਚਦਾ ਬੜਾ ਗਰਮ ਦੇਸ਼ ਹੈ ਜਿਸ ਤਰ੍ਹਾਂ ਮਿਡਲ ਈਸਟ ਹੈ, which is absolutely wrong. ਬਰਫ਼ ਆਂਦੀ ਹੈ ਤਹਿਰਾਨ, ਠੰਡਾ ਮੌਸਮ ਹੁੰਦਾ ਹੈ. they are quite European kind of people. ਮਤਲਬ ਤੁਸੀਂ ਉਹਨਾਂ ਨੂੰ ਦੇਖ ਕੇ ਅੰਗਰੇਜ਼ ਲੱਗਦੇ ਨੇ, ਪਰ ਮਿਥ ਇਹ ਹੈ ਕਿ ਲੋਕ ਸੋਚਦੇ ਨੇ ਕਿ ਜਿਸ ਤਰ੍ਹਾਂ it's like ਮਿਡਲ ਈਸਟ ਜ਼ਿਆਦਾ ਤੇ ਰੇਗਿਸਤਾਨ ਹੋਏਗਾ, ਡੈਜ਼ਰਟ ਹੋਏਗਾ, but nothing like that. That's not true. ਆਪਾਂ ਬਾਰ-ਬਾਰ ਫਾਰਸੀ ਦੀ ਗੱਲ ਕਰ ਰਹੇ ਹਾਂ. ਮੈਂ ਪਿੱਛੇ ਜੇ ਪੜ੍ਹ ਰਿਹਾ ਸੀਗਾ, ਲਾਲਾ ਲਾਜਪਤ ਰਾਏ ਦੇ ਫਾਦਰ ਫਾਰਸੀ ਦੇ ਵਿਦਵਾਨ ਸੀਗੇ. ਅੱਛਾ. ਤੇ ਮੈਂ ਉਹਨਾਂ ਦਾ ਨਾਮ ਮਿਸ ਕਰ ਗਿਆ. ਤੇ ਤੁਹਾਨੂੰ ਖੁਦ ਪਰਸ਼ੀਅਨ ਆਉਂਦੀ ਹੈ? ਮੈਨੂੰ ਤਾਂ ਬਹੁਤ ਅੱਛੀ ਪਰਸ਼ੀਅਨ ਆਉਂਦੀ ਕਿਉਂਕਿ ਆਈ ਵਾਸ ਬੋਰਨ देयर. ਸਕੂਲਿੰਗ ਵੀ ਮੇਰੀ ਸਾਰੀ ਉੱਥੋਂ ਦੀ ਹੈ. ਕਾਲਜ ਵਾਸਤੇ ਇੱਥੇ ਆਈ ਸੀ, ਆਈ ਐਮ ਫਰਮ ਲੇਡੀ ਓਵਨ ਕਾਲਜ, ਐਂਡ ਦੈਨ ਅਗੇਨ ਵੀ ਵੈਂਟ ਬੈਕ. ਫਿਰ ਜਦੋਂ ਤੁਸੀਂ ਇੰਡੀਆ ਆਏ ਉਦੋਂ ਕੀ ਕਲਚਰਲ ਸ਼ੌਕ ਜਾਂ ਲੱਗਿਆ ਸੀ ਜਾਂ ਕਿਵੇਂ, ਉਹ ਕੀ ਫੀਲਿੰਗ ਸੀਗੀ ਉਦੋਂ ਵੀ, ਕਿਉਂਕਿ ਤੁਸੀਂ ਇੱਕ ਅਲੱਗ ਮਾਹੌਲ 'ਚ ਸੀਗੇ ਉੱਥੇ? ਮੈਂ ਜਦੋਂ ਫਰਸਟ ਟਾਈਮ I was 5 years old when I came first time to visit India. मतलब मेरी graduation तो पहले I think twice only. मैं पूरी लाइफ में सिर्फ 2 बार इंडिया आई सी. Okay. But I shouldn't say it because now I love India as well. तो पर ਤਾਂ ਮੈਨੂੰ ਬਹੁਤ ਮੁਸ਼ਕਿਲ ਹੁੰਦੀ ਸੀ, ਬਹੁਤ. ਕਿਸ ਐਂਗਲ ਤੋਂ ਮੁਸ਼ਕਿਲ ਹੁੰਦੀ ਸੀ? ਲਾਈਕ ਮੁਸ਼ਕਿਲ ਆਂਦੀ ਸੀ ਐਡਜਸਟਮੈਂਟ ਟੂ ਦ ਵੈਦਰ. so much horns. ਉੱਥੇ ਬਹੁਤ ਸਮੂਥ ਹੈ, ਸ਼ੋਰ ਬਹੁਤ ਜ਼ਿਆਦਾ ਹੈ. ਇੱਥੇ ਲੋਕਾਂ ਦੀ ਪ੍ਰਾਈਵੇਸੀ ਬਾਰੇ ਕੁਝ ਨਹੀਂ ਸੋਚਦੇ. ਉੱਥੇ ਪ੍ਰਾਈਵੇਸੀ ਵਾਸ ਵੈਰੀ ਇੰਪੋਰਟੈਂਟ, ਯੂ نو ਲਾਈਕ ਇੱਕ ਹੈ ਕਿ ਬਈ ਇੱਥੇ ਲੋਕ ਬਹੁਤ ਝੂਠ ਬੋਲਦੇ ਨੇ. ਇਰਾਨੀਅਨਸ ਝੂਠ ਨਹੀਂ ਬੋਲਦੇ, ਅਸੀਂ ਕਦੀ ਝੂਠ ਬੋਲਣਾ ਨਹੀਂ ਸਿੱਖਿਆ. ਤਾਂ ਆਈ ਕੈਪਟ ਦਿਸ ਪ੍ਰੈਕਟਿਸ ਈਵਨ ਟਿਲ ਨਾਓ ਇਨ ਇੰਡੀਆ. ਮੈਂ ਕੋਸ਼ਿਸ਼ ਕਰਦੀ ਹਾਂ ਟੂ ਦ 99% that I don't feel the need to lie. ਇਹ ਐਕਚੁਅਲੀ ਉਹੀ ਗੱਲ ਆ ਰਹੀ ਹੈ. ਮੈਂ ਭਾਵੇਂ ਹੱਸਦਿਆਂ ਬੋਲੋ, ਆਪਣੇ ਆਪ ਤੇ ਹੱਸ ਲਓ, ਪਰ ਮੈਂ ਸੱਚ ਬੋਲਣ ਦੀ ਪੂਰੀ ਕੋਸ਼ਿਸ਼ ਕਰਦੀ ਆ. ਕਈਆਂ ਨੂੰ ਨਹੀਂ ਪਸੰਦ ਆਉਂਦਾ, ਥੋੜੇ ਟਾਈਮ ਵਾਸਤੇ ਨਾਰਾਜ਼ ਵੀ ਹੋ ਜਾਂਦੇ ਨੇ, ਈਗੋ ਉਹਨਾਂ ਦੀ ਨਾਰਾਜ਼ ਕਰ, ਪਰ ਥੋੜੇ ਟਾਈਮ ਬਾਅਦ ਆ ਕੇ ਕਹਿੰਦੇ ਨੇ ਕਿ ਕਹਿ ਤੇ ਸਹੀ ਰਹੀ ਸੀ. ਸੋ ਦੇ ਪੈਚ ਅਪ. ਦੈਟਸ ਦ ਬੈਸਟ ਕੁਆਲਿਟੀ ਆਈ ਹੈਵ. ਜਿਹੜਾ ਅਕਸਰ ਅਸੀਂ ਇੱਕ ਨੈਰੇਟਿਵ ਸੁਣਦੇ ਹਾਂ, ਜਾਂ ਫਿਰ ਉਹ ਨੈਰੇਟਿਵ ਹੈ ਜਾਂ ਫਿਰ ਉਹ ਅਸਲ ਵਿੱਚ ਹੈ ਵੀ ਵੂਮਨ ਲਿਬਰੇਸ਼ਨ ਨੂੰ ਲੈ ਕੇ ਬੜਾ ਕ੍ਰਾਈਸਿਸ ਰਹਿੰਦਾ ਹੈ ਵੀ ਉੱਥੇ ਆਜ਼ਾਦੀ ਉਨੀ ਨਹੀਂ ਹੈ. ਉਹਦੇ ਬਾਰੇ ਤੁਸੀਂ ਕਿਉਂ? ਦੇਖੋ, ਇਟਸ ਐਨ ਇਸਲਾਮਿਕ ਰਿਪਬਲਿਕ ਨਾਓ, ਇਸਲਾਮਿਕ ਕੰਟਰੀ ਹੈ, ਇਸਲਾਮ ਦੇ ਨੋਰਮਸ ਹਨ. ਇਹ ਇਸ ਤਰ੍ਹਾਂ ਸੋਚੋ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸੇ ਹੱਦ ਤੱਕ ਆਜ਼ਾਦੀ ਦਿੰਦੇ ਹਾਂ ਕਿਉਂਕਿ ਸਾਨੂੰ ਉਹਨਾਂ ਨੂੰ ਰੂਲ ਵੀ ਕਰਨਾ ਹੁੰਦਾ, ਡਿਸਿਪਲਿਨ ਵੀ ਕਰਨਾ ਹੁੰਦਾ. ਇੱਥੋਂ ਐਂਗਲ ਲੈ ਕੇ ਚਲੋ ਤੇ ਉੱਥੇ ਜਾਓ ਜੀ, ਹਾਂ ਫੋਰਸ ਤੇ ਹੈ. So I don't want to deny this that force नहीं है, पर इतना भी वो नहीं है, you know, कि नहीं किया तो इंज हो जाएगा. 1 or 2 केसेस पता नहीं केड़े कारण होए या नहीं होए, पर एज एन इंडियन सानू कभी इतना वो नहीं सी कि स्कार्फ थल्ले गिर गया तो किसी ने आके इमीडिएटली कुछ करता कि अरेस्ट कर लिया या कुछ हुआ. I have not seen it, right? तो उतर जाती सी, पर it is compulsory. Yes, it is compulsory. We have a certain dress code that we have to follow. We had to follow at that time. फिर which थोड़ा मैं सुनिया सी कि lenient हो गए. I saw it also कि when I went back to Iran again, तो lenient ही सी, इस तरह नहीं सी. पहले इत्थों तक सानू कोट्स पाने पे जिन्हां नू मोंतो कहंदा है, मोंतो पाने पैंदे सी, स्कार्फ्स करने हुंदे सी. ते now it was still here. Okay. मेकअप शेकअप ਵਿੱਚ ਕਦੀ ਵੀ ਸਾਨੂੰ ਕੋਈ ਰਿਸਟ੍ਰਿਕਸ਼ਨ ਨਹੀਂ ਹੋਈ, ਨਾ ਹੀ ਇਰਾਨੀਅਨ ਗਰਲਸ ਨੂੰ ਹੋਈ ਹੈ. ਸੋ ਦੈਟ ਕਾਈਂਡ ਦੇ ਹੈਡ ਫੁੱਲ ਆਜ਼ਾਦੀ. ਇਹ ਜੀ ਗੱਲ ਨਹੀਂ ਹੈ. ਆਜ਼ਾਦੀ ਇਨ ਡਰੈਸਿੰਗ ਅਪ, obviously you know you cannot dress up like, you know, sleeveless, you cannot wear it. Okay. So even we can't wear it. It's not just for Iranians but for us too.
ਸਾਨੂੰ ਇੰਨਾ ਮੁਸ਼ਕਿਲ ਨਹੀਂ ਹੁੰਦਾ ਕਿ ਸਿੱਖੀਜ਼ਮ ਇਜ਼ ਵੈਸੇ ਹੀ ਇੱਕ ਕਿਸਮ ਚੁੰਨੀ ਹਿਜਾਬ ਇਜ਼ ਵੈਰੀ ਸਾਡੀ ਫੈਮਲੀਜ਼ ਵੀ ਥੋੜੀ ਤੋ ਵੀ ਹੈਡ ਪਰ ਸਾਡੇ ਵਿੱਚ ਰਿਸਟ੍ਰਿਕਸ਼ਨ ਨਹੀਂ ਹੈ so they were fighting for these imposed restrictions and because of obviously the sanctions the result the ਕੀ ਕਹਿੰਦੇ ਉਸਨੂੰ ਉਸਦੇ ਜਿਹੜੇ ਬਾਈਫਰਕੇਸ਼ਨਸ ਹਨ ਨਾ ਸੈਂਕਸ਼ਨਸ ਦੇ ਮਹਿੰਗਾਈ ਹੋ ਗਈ ਕੀ ਕਰੇ ਕੰਟਰੀ ਕੱਲੇ so many requirements ਸੈਂਕਸ਼ਨਸ ਕਰਕੇ ਬੇਸਿਕਲੀ ਲੋਕ ਫਰਸਟ੍ਰੇਟ ਹੋ ਜਾਂਦੇ ਨੇ ਤੁਸੀਂ ਲਾਸਟ ਨਾਲ ਥੋੜੀ ਆਪਣੇ ਬੱਚਿਆਂ ਨੂੰ ਆਜ਼ਾਦੀ ਦਿੰਦੇ ਨੇ ਨਾ ਉਸ ਤਰ੍ਹਾਂ ਦੇਣੀ ਚਾਹੀਦੀ ਹੈ ਪਰ ਉਸ ਦਾ ਫਾਇਦਾ ਉਠਾ ਕੇ ਕੌਣ ਜਾ ਰਿਹਾ ਸੀ ਬਿਕੋਜ਼ ਆਫ ਦਾ ਆਬਵੀਅਸ ਰੀਜ਼ਨਸ the US तो थोड़ा फायदा उठा रहे ਹੁਣ ਕਿੱਥੇ ਗਈਆਂ ਡੈਮੋਨਸਟ੍ਰੇਸ਼ਨਸ sometimes they are created for other reasons sometimes natural ਹੁੰਦਾ ਹੈ ਪਰ ਕਿਉਂਕਿ ਕੰਟਰੀ ਤੇ ਕੁਝ ਹੁੰਦਾ ਹੈ ਉਹ ਕਹਿੰਦੇ ਮੈਂ ਤੇ ਇਹ ਤੇ ਚਾਹੁੰਦਾ ਨਹੀਂ ਸੀ ਕਿ ਮੇਰੀ ਕੰਟਰੀਜ਼ ਤੇ ਜਿਸ ਤਰ੍ਹਾਂ people wanted bombings this was said by Trump in his speech ਪਰ ਕੌਣ ਚਾਹੁੰਦਾ ਮੇਰੀ ਕੰਟਰੀ 'ਚ ਬੋmbing ਹੋਏ just think about it ਕੁਝ ਵੀ ਬੋਲਣਾ is not right ਤੇ ਤੁਸੀਂ ਲਾਸਟ ਕਦੋਂ ਗਏ ਸੀਗੇ ਕਿਹੜੇ ਈਅਰ ਤੁਸੀਂ ਜਾ ਕੇ ਆਏ ਉੱਥੇ ਮੈਂ ਗਈ ਸੀ ਲਾਸਟ 2014 ਹਾਂ ਤੇ ਸੋ ਫਿਰ ਮੇਰੀ ਫਿਲਮ ਦੀ ਪ੍ਰੈਪਰੇਸ਼ਨ ਸ਼ੁਰੂ ਹੋ ਗਈ ਓਕੇ ਸੋ ਕੁਲਦੀਪ ਪਟਵਾਲ ਦੀ ਪ੍ਰੈਪਰੇਸ਼ਨਸ ਪ੍ਰੀ ਪ੍ਰੋਡਕਸ਼ਨ ਪ੍ਰੈਪਰੇਸ਼ਨਸ ਸ਼ੁਰੂ ਹੋ ਗਿਆ ਫਿਰ ਆਈ ਹੈਡ ਟੂ ਗਿਵ ਟਾਈਮ ਔਨ ਦੈਟ ਓਕੇ ਫਿਰ ਉਹ ਕਰਦੇ ਰਹੇ ਫਿਰ ਉਸ ਤੋਂ ਬਾਅਦ ਆਬਵੀਅਸਲੀ ਇਟ ਟੁਕ ਅਸ ਮੋਰ ਟਾਈਮ लेकिन फिर कोरोना आ गया फिर वो वैसे ही restrictions हैं but now when we wanted to go back we were planning in fact 2 years back my siblings were here from US and other countries and we wanted to go back कि ਅਸੀਂ ਇਕੱਠੇ ਪ੍ਰੋਗਰਾਮ ਬਣਾਉਣੇ ਚੱਲਨੇ ਆ ਬਟ ਫਿਰ ਇਹ ਸਭ ਚੀਜ਼ਾਂ ਹੋਣ ਲੱਗ ਗਈਆਂ ਇਹ ਕਾਫੀ ਟਾਈਮ ਦੀ ਹੋ ਰਹੀਆਂ ਨਾ ਫਿਰ ਤੁਸੀਂ 2014 ਚ ਗਏ ਤੇ ਕੋਈ ਐਸੀ ਮੈਮਰੀ ਨਾਲ ਗਏ ਸੀ ਜਿਹੜੀ ਤੁਹਾਨੂੰ ਸੀਗਾ ਵੀ ਹਾਂ ਉਸ ਜਗ੍ਹਾ ਤੇ ਮੈਂ ਜਾਣਾ ਹੀ ਆ ਉੱਥੇ ਮੇਰੇ ਕੋਈ ਬਚਪਨ ਦੀ ਕੋਈ ਬਹੁਤ ਮਿੱਠੀ ਆ I went there ਅੱਛਾ ਹੁਣ ਉੱਥੇ ਫੈਕਟਰੀ ਬਣ ਗਈ see I talk about numbers ਮੈਂ ਇੱਕ ਨਿਊਮਰੋਲੋਜਿਸਟ ਵੀ ਹਾਂ ਐਸਟ੍ਰੋਲੋਜਰ ਵੀ ਹਾਂ ਜਦੋਂ ਤੱਕ ਮੈਂ ਉਸ ਘਰ ਵਿੱਚ ਸੀ ਉਸ ਘਰ ਦਾ ਨੰਬਰ 11 ਸੀ so when I left that house ਮਤਲਬ ਹੁਣ ਮੈਂ ਦੁਬਾਰਾ ਗਈ ਹਾਂ ਉਸ ਘਰ ਦਾ ਨੰਬਰ 1 ਹੈ it changed ਨੰਬਰਿੰਗ ਬਦਲੀ ਹੋਣੀ ਕੋਈ ਮਿਊਨਿਸਪਲ ਕਾਰਪੋਰੇਸ਼ਨ ਵਟਐਵਰ ਤੇ ਸਭ ਚੇਂਜ ਹੋ ਗਿਆ ਤੇ ਤੁਹਾਡੀ ਫੈਮਿਲੀ ਇਮੀਡੀਏਟ ਫੈਮਿਲੀ ਚ ਕੋਈ ਨਹੀਂ ਹੈ ਉੱਥੇ ਇਮੀਡੀਏਟ ਮਾਈ ਡੈਡ ਨਹੀਂ ਮੇਰੇ ਤਾਇਆ ਕਜ਼ਨ ਤਾਇਆ ਤਾਈ ਚਾਚਾ ਹਨ ਉੱਥੇ ਉਹਨਾਂ ਦੇ ਬੱਚੇ ਹੈਗੇ ਉਹ ਉਸੇ ਘਰ ਦੇ ਆਸ-ਪਾਸੇ ਰਹਿ ਰਹੇ ਨੇ ਨਹੀਂ ਹੁਣ ਥੋੜੇ ਜਿਹੇ ਅਲੱਗ-ਅਲੱਗ ਜਗ੍ਹਾ ਚਲੇ ਗਏ ਅੱਛਾ ਜਿਸ ਤਰ੍ਹਾਂ ਪਹਿਲੇ ਸਾਰੇ ਸਪੋਜ਼ ਚਾਂਦਨੀ ਚੌਕ ਰਹਿੰਦੇ ਸੀ ਵੈਸਟ ਰਹਿੰਦੇ ਸੀ ਹੁਣ ਸਾਊਥ ਬਣਿਆ ਉਸ ਤਰ੍ਹਾਂ ਉੱਥੇ ਵੀ ਐਕਸਟੈਂਸ਼ਨਸ ਤੇ ਹੁੰਦੀਆਂ ਨਾ ਹਾਂਜੀ ਕਿਉਂਕਿ ਸਾਡਾ ਆਪਣਾ ਘਰ ਸੀ ਵੇਚ ਕੇ ਆ ਗਏ ਸੀ ਉਦੋਂ ਕਿ ਆਪਣਾ ਘਰ ਸੀ ਸਾਡਾ ਅੱਛਾ ਉਹ ਏਰੀਆ ਜਿਹੜਾ ਨਾ ਆਰ ਹਾਊਸ ਵਾਸ ਨੀਅਰ ਦ ਸ਼ੂ ਮਾਰਕੀਟ ਓਕੇ ਲੇਡੀਜ਼ ਸ਼ੂਜ਼ ਮਿਲਦੇ ਉੱਥੇ ਅੱਛਾ ਮੇਰਾ ਖਿਆਬਾਨ ਮੁਸਾਦਗੀ ਸੀ ਤੇ ਉਹ ਬਿਲਕੁਲ ਨਾਲ ਲੱਗਦਾ ਸੀ ਤੇ ਜਦੋਂ ਫੈਕਟਰੀਜ਼ ਜਿਸ ਤਰ੍ਹਾਂ ਚਾਂਦਨੀ ਚੌਕ ਬੜੇ ਫੈਕਟਰੀਜ਼ ਆਉਣ ਲੱਗੇ ਆਜ਼ਾਦ ਮਾਰਕੀਟ ਤੇ ਉਹਨਾਂ ਨੇ ਫਿਰ ਉਹ ਸਾਰਾ ਫੈਕਟਰੀ ਵਾਲੇ ਹੋ ਗਏ ਨਾ ਤੇ ਉਸ ਤਰ੍ਹਾਂ ਸਾਡਾ ਵੀ ਏਰੀਆ ਹੋ ਰਿਹਾ ਸੀ ਮਾਈ ਡੈਡ ਟੁਕ ਹਾਊਸ ਸਮਵੇਅਰ ਐਲਸ ਤੇ ਉਹਨਾਂ ਨੇ ਉਹ ਏਰੀਆ ਜਿਹੜਾ ਹੈ ਫਿਰ ਉਹ ਫੈਕਟਰੀ ਦੇ ਤੁਰ ਸੌਰੀ ਬੇਸਿਕਲੀ ਜਦ ਕਹਿ ਰਹੇ ਅਸੀਂ ਆ ਗਏ ਨਾ ਇੱਥੇ ਉਹ ਸਭ ਤੋਂ ਮਿੱਠੀ ਯਾਦ ਇਹੀ ਸੀ ਕਿ 2014 ਜਿਹੜਾ ਤੁਸੀਂ ਉਹ ਘਰ ਜਿੱਥੇ ਤੁਹਾਡਾ ਬਰਥ ਹੋਇਆ ਉਹ ਦੇਖ ਕੇ ਤੁਹਾਨੂੰ ਉਹ ਉੱਥੇ ਜਾ ਕੇ ਮੈਂ ਫਰਸਟ ਵਰਡ ਇਹ ਸੀ ਫਾਰਸੀ ਤੁਹਾਨੂੰ ਨਹੀਂ ਆਉਂਦੀ ਬਟ ਆਈ ਵਿਲ ਸੇ ਕਿ ਇਨ ਖੁਨੈਮ ਨੇ ਇਹ ਮੇਰਾ ਘਰ ਹੈ ਤੇ ਮੈਂ ਕਿਹਾ ਭਾਵੇਂ ਤੂੰ ਖਰੀਦ ਲਿੱਤਾ ਹੈ ਸ਼ਮਾ ਇਨੋ ਖਰੀਦੀ ਵਲੀ ਇਨ ਖੁਨੈਮ ਨੇ ਕਿ ਮੈਂ ਇਹ ਮੇਰਾ ਘਰ ਹੈ ਆਈ ਵਾਸ ਬੋਰਨ ਹੇਅਰ ਇਸੀ ਘਰ ਵਿੱਚ ਉਹਦਾ ਕੀ ਰਿਐਕਸ਼ਨ ਸੀ ਕਹਿੰਦਾ ਉਹ ਦੇ ਆਰ ਸੋ ਗੁੱਡ ਪੀਪਲ ਸਰ ਕਾਬਿਲ ਨੇ ਖੁਨੇ ਸ਼ਮਾਸ ਤੇ ਇਹ ਤੇਰੇ ਹੀ ਘਰ ਹੈ ਜਦੋਂ ਚਾਹੋ ਯੂ ਕੈਨ ਕਮ ਸੋ ਆਈ ਫੈਲਟ ਰੀਲੀ ਹੈਪੀ ਹੀ ਇਜ਼ ਸੇਇੰਗ ਦਿਸ ਓਨਲੀ ਸੋ ਇਹ ਮਿੱਠੀ ਯਾਦ ਵੀ ਹੈ ਥੋੜੀ ਸੈਡ ਯਾਦ ਵੀ ਹੈ ਥੋੜਾ ਜਿਹਾ ਇਹਦੇ sad part is that my dad expired there I mean he had a heart attack on the street so that was the sad point ਤੇ ਮੈਂ 2011 2012 13 ਗਿਆ regular so but that was because of other reasons so I could not enjoy at that time okay 2014 which it was regarding the property and all that so I could not enjoy that moments
but I went to my house, saw it. Yeah, Gurdwara Sahib. So I'll give you a few pictures of my dad in Gurdwara because he was one of the prominent men in Iran. ਜਿਨ੍ਹਾਂ ਦੇ ਉੱਤੇ ਗੁਰਦੁਆਰਾ ਕਾਫੀ ਡਿਪੈਂਡੈਂਟ ਹੁੰਦਾ ਸੀ. He was the only man who was ready to do Akhand Path Seva at 2 to 4 in the early hours. Okay. So no matter what. So ਉਹ ਡਿਊਟੀ ਉਹਨਾਂ ਦੀ ਨਾ ਉਹਨਾਂ ਦੇ ਬਿਨਾਂ ਪੁੱਛੇ ਲਿਖ ਦਿੰਦੇ ਸੀ ਕਿ ਦਿਲਦਾਰ ਜੀ ਤੁਹਾਡਾ ਨਾਮ ਲਿਖ ਦਿੱਤਾ ਹੈ. Okay. So when he was not there ਤਾਂ ਉਹਨਾਂ ਨੇ ਇੰਨੇ ਟਾਈਮ ਮੁਸ਼ਕਿਲ ਹੋਈ ਕਿ ਉਹ ਟਾਈਮ ਦੀ ਸੇਵਾ ਕੋਈ ਕਰਨ ਨੂੰ ਤਿਆਰ ਨਹੀਂ ਹੁੰਦਾ ਸੀ. So this all ਨਿਸ਼ਕਾਮ. ਤੇ ਇਹ ਜਿਵੇਂ ਇੱਥੇ ਲੋਕਲ ਸਿੰਘ ਸਭਾ ਗੁਰਦੁਆਰਿਆਂ 'ਚ ਵੀ ਇੱਕ ਪ੍ਰਥਾ ਹੈ ਕਿ ਸੈਟਰਡੇਜ਼ ਜਾਂ ਸੰਡੇਜ਼ ਸਾਰੀਆਂ ਫੈਮਲੀਆਂ ਇਕੱਠੀਆਂ ਹੁੰਦੀਆਂ. ਉੱਥੇ ਫਰਾਈਡੇ. ਉੱਥੇ ਫਰਾਈਡੇ ਦਾ ਸੀਗਾ ਤੁਹਾਡਾ. ਅੱਛਾ. ਹਰ ਫਰਾਈਡੇ ਪ੍ਰੋਗਰਾਮ ਹੁੰਦਾ ਹੈ. ਸੋ ਮੀਟਿੰਗ ਪੁਆਇੰਟ ਹੁੰਦਾ ਹੈ ਗੁਰਦੁਆਰਾ ਨਾ. ਸਾਰੇ ਮਿਲਦੇ ਹੀ ਉੱਥੇ. ਸੋ ਇਟਸ ਗੁਰਦੁਆਰਾ ਇਜ਼ ਕਾਈਂਡ ਆਫ ਕਹਿ ਲਓ ਜੋ ਵੀ ਇਟ ਇਜ਼ ਨਾਟ ਗੁੱਡ ਟੂ ਸੇ ਬਟ ਸਾਡੇ ਵਾਸਤੇ ਰੀਕ੍ਰੀਏਸ਼ਨ ਸਭ ਕੁਝ ਜਿਹੜਾ ਨਾ ਸਾਡਾ ਗੁਰਦੁਆਰਾ ਸਾਹਿਬ ਸੀ. You know, our moments of happiness was when we were all together in Gurdwara Sahib. ਮੈਂ ਹੁਣ Iranians ਵੀ ਆਉਂਦੇ ਸੀ. ਪਿਛਲੇ ਦਿਨਾਂ 'ਚ ਪ੍ਰੋਫੈਸਰ ਦਵਿੰਦਰ ਸਿੰਘ ਹੈ ਉਹਨਾਂ ਨਾਲ ਗੱਲ ਕਰ ਰਿਹਾ ਸੀ. ਉਹ ਇਹੀ ਗੱਲ ਕਰ ਰਹੇ ਸੀ ਵੀ ਗੁਰਦੁਆਰਾ ਸਾਡੇ ਵਾਸਤੇ ਐਕਚੁਅਲੀ ਉਹ ਦੁਆਰਾ ਹੀ ਸੀਗਾ. ਉਹ ਸਾਡਾ ਉਹ ਐਕਟੀਵਿਟੀਜ਼ ਦਾ ਹੀ ਉਹ ਸੀਗਾ. ਬੜਾ ਮਜ਼ਾ ਆਉਂਦਾ ਸੀ. ਤੇ ਰਿਲੀਜੀਅਸ ਵੀ ਸੀਗਾ ਬਟ ਉੱਥੇ ਸਾਡੀ ਇੱਕ ਕਾਮਨ ਉੱਥੇ ਐਜੂਕੇਸ਼ਨ ਬਾਰੇ ਡਿਸਕਸ਼ਨਸ ਉਹ ਸਭ ਚੀਜ਼ਾਂ ਵੀ ਇੱਕ ਸੈਂਟਰ ਰਿਹਾ ਉਹ ਜਿੱਥੋਂ. ਬਟ ਗੁਰਦੁਆਰਾ ਤੇ ਸਕੂਲ ਦੀ ਜੁਆਇੰਟ ਵਾਲਸ ਹਨ. ਅਸੀਂ ਸਵੇਰੇ ਗੁਰਦੁਆਰੇ ਤੋਂ ਹੁੰਦੇ ਹੋਏ ਵਿੱਚੋਂ ਨਿਕਲ ਜਾਂਦੇ ਸੀ ਸਕੂਲ ਪਹੁੰਚ ਗਏ. ਸੋ ਐਡਜੋਇਨਿੰਗ ਵਾਲ ਤਾਂ ਕਿਸ ਤਰ੍ਹਾਂ ਡਿਫਰੈਂਟ ਹੋ ਸਕਦਾ ਹੈ. ਐਜੂਕੇਸ਼ਨ ਗੁਰਦੁਆਰਾ ਬਿਲਕੁਲ ਨਾਲ ਨਾਲ ਸੀ ਤੇ ਸਾਡੇ ਐਸੇ ਸਾਨੂੰ ਅਸੀਂ ਜਾਂਦੇ ਸੀ ਗੁਰਦੁਆਰਾ ਮੱਥਾ ਟੇਕਣ. ਸਾਨੂੰ ਇੱਕ ਹੁੰਦੇ ਸੀ ਤੇ ਕਿ ਚਾਚਾ ਲਖਮੀਰ ਜੀ ਤੇ ਉਹ ਜਿਹੜੇ ਨਾ ਸਾਨੂੰ ਟੌਫੀ ਦਿੰਦੇ ਸੀ. So Langar. His grandson was my classmate. Okay. So he's a very big dentist now. Okay. No, he's in Aurangabad. Yeah. So ਉਹਨਾਂ ਦੇ ਜਿਹੜੇ grandfather ਸਨ ਬੱਚਿਆਂ ਨੂੰ ਹਰ ਇੱਕ ਨੂੰ ਟੌਫੀ ਦਿੰਦੇ ਸਨ. ਉਹ ਟੌਫੀ ਦੇ ਲਾਲਚ ਵਿੱਚ ਵੀ we had this practice of going. ਸਾਨੂੰ ਸਭ ਕੁਝ ਕਰਨਾ ਆਂਦਾ ਜੋ ਇੱਕ ਭਾਈ ਨੂੰ ਆਂਦਾ ਹੈ. Every girl at that point of time, ਹੁਣ ਤਾਂ ਮੈਨੂੰ ਨਹੀਂ ਪਤਾ ਪਰ ਸਕੂਲਸ ਤੇ ਇੰਨੇ ਕਨੇ ਸਾਨੂੰ ਸਭ ਕੁਝ ਕਰਨਾ ਆਂਦਾ ਹੈ. ਫਰੋਮ ਸਟਾਰਟ ਪੁਆਇੰਟ ਟੂ ਐਂਡ ਪੁਆਇੰਟ ਸਾਨੂੰ ਸਾਰੀ ਗੁਰਬਾਣੀ ਕਰਨੀ ਆਂਦੀ ਹੈ. ਸਭ ਪਾਠ ਕਰਨਾ ਆਂਦਾ ਹੈ. ਅਸੀਂ ਚਰਨੀ ਲੱਗੇ ਹੋਏ ਆ ਸਾਰੇ. ਪਾਠ ਕਰੀਏ ਨਾ ਕਰੀਏ ਉਹ ਨਹੀਂ ਮੈਂ ਹੁਣ ਕਹਿ ਸਕਦੀ ਬਟ ਯੈਸ ਵੀ ਨੋ ਦ ਐਂਟਾਇਰ ਵੀ ਕੈਨ ਰਨ ਐਂਟਾਇਰ ਗੁਰਦੁਆਰਾ ਸਿੰਗਲ ਹੈਂਡਡਲੀ. ਗੁਰਦੁਆਰਾ ਦੀ ਸੰਭਾਲ ਕੌਣ ਕਰ ਰਿਹਾ ਉੱਥੇ? ਭਾਈ ਸਾਹਿਬ. ਹਾਂਜੀ ਉੱਥੇ ਰਾਗੀ ਸਾਹਿਬ ਹੋ ਰਿਹਾ. ਕੀਰਤਨ ਵੀ ਹੁੰਦਾ ਹੈ. ਬਿਲਕੁਲ ਗੁਰਦੁਆਰਾ ਸਾਹਿਬ ਇਜ਼ ਸੇਫ ਆਈ ਸ਼ੁਡ ਸੇ ਔਨ ਦਾ ਕੈਮਰਾ. ਬੜੀ ਸਪੈਕੂਲੇਸ਼ਨ ਆਉਂਦੀ ਹੈ SGPC ਦੀ ਵੀ ਗੁਰਦੁਆਰੇ ਸਾਹਿਬ ਦਾ ਕੁਝ ਕਰਨਾ ਹੈ ਨਾ ਤਾਂ ਕੁਝ ਹੋਇਆ ਨਾ ਅੱਜ ਕੁਝ ਹੋ ਰਿਹਾ ਹੈ. ਇਟ ਇਜ਼ ਫਾਈਨ ਔਰ ਹਰ ਇੱਕ ਚੀਜ਼ ਬਿਲਕੁਲ ਬਾਬਾ ਜੀ ਦਾ ਪ੍ਰਕਾਸ਼ ਟਾਈਮ ਤੇ ਹੁੰਦਾ ਹੈ. ਸੁਖਾਸਨ ਹੁੰਦਾ ਹੈ. ਸਭ ਕੁਝ ਹੋ ਰਿਹਾ ਹੈ. ਕੀਰਤਨ ਹੋ ਰਿਹਾ ਹੈ. ਰਾਗੀ ਸਾਹਿਬ ਵੀ ਹਨ ਸੇਵਾਦਾਰ ਵੀ ਹਨ. ਸਭ ਕੰਮ ਚੱਲ ਰਿਹਾ ਹੈ. ਹੱਲੇ ਵੀ ਬੜੇ ਇੰਡੀਅਨ ਸਿੱਖ ਉੱਥੇ ਹਨ. ਕੋਈ ਨਹੀਂ ਆ ਰਿਹਾ ਇੱਥੇ. In fact, ਮੈਂ ਇੱਕ ਵਾਰੀ ਇੱਥੇ ਕਿਸੇ ਇਰਾਨੀਅਨ ਹੈਡ ਆਫ ਦ ਉਹ ਮਿਲਣ ਵੀ ਗਈ ਸੀ. So to ensure that the Gurdwara is taken care of. So he assured that it is safe. I think cultural actually ਥੋੜਾ ਬਾਹਰੋਂ ਦਿਖਦਾ ਜੋ ਅੰਦਰ ਹੁੰਦਾ ਨਹੀਂ ਹੈ. Exaggerated news ਆਂਦੀ ਅੱਜ ਕੱਲ. ਤੇ ਗੁਰਦੁਆਰਾ ਸਾਹਿਬ ਇੱਕੋ ਹੀ ਹੈ ਵੈਸੇ ਓਵਰਆਲ? ਇੱਕੋ ਗੁਰਦੁਆਰਾ ਜੀ. ਇੱਕ ਜ਼ੈਦਾਨ ਵੀ ਹੈ. ਅੱਛਾ. ਹਾਂਜੀ ਹੁਣ ਜ਼ੈਦਾਨ ਬੜੇ ਘੱਟ ਲੋਕ ਰਹਿ ਗਏ but I am not much aware of Zaidan to be honest because my great grandfather was from Isfahan. Okay. So not from Zahedan. So I have my friends ਜਿਨ੍ਹਾਂ ਦੇ ਜ਼ੈਦਾਨ ਤੋਂ grandfathers belong ਕਰ. ਉਹਨਾਂ ਦਾ ਜਨਮ ਉੱਥੋਂ ਦਾ ਹੈ. Okay. ਤੇ ਉਹ ਕਿੱਥੇ ਨੇ ਹੁਣ ਤੁਹਾਡੇ ਜਿਹੜੇ ਫਰੈਂਡਸ ਉਹ ਵੀ ਇੰਡੀਆ? ਹਾਂ no connected to me. In fact somebody Manjot Singh even gave an interview in Persian. Okay. So say that to the people of Iran. ਅੱਜ ਦੀ ਡੇਟ ਵਿੱਚ ਹੁਣ ਤੁਹਾਨੂੰ ਜੇ ਪਰਸ਼ੀਅਨ ਫੂਡ ਮਿਲੇ Oh my God, what are you saying? Persian. I'll have cholo kebab anytime. Okay. Yeah, if I get it. ਤੇ ਉਹ ਤੁਸੀਂ ਇੱਥੇ ਦਿੱਲੀ ਵਿੱਚ ਕਿਸੇ? ਹਾਂਜੀ ਮੇਰੇ ਅੰਕਲ ਨੇ ਲਾਜਪਾਲ ਅੰਕਲ. Okay. ਉਹਨਾਂ ਦਾ ਨੂਸ਼ੇਜੂਨ ਹੈ in Nehru Place. ਅੱਛਾ. ਤਾਂ ਤੁਸੀਂ ਜਾ ਕੇ ਖਾਓ. ਨੂਸ਼ੇਜੂਨ ਨੂੰ ਸਰਚ ਕਰੋ and go and have. Okay. It's quite near to authentic. I won't say authentic ਕਿਉਂਕਿ Persian ਹਾਥੀ ਅਲੱਗ ਹੈ. ਅੱਛਾ. But he's from we Tehran to yeah ਹਾਂਜੀ he was my dad's very good friend. Okay. So ये सारे ईरानी है basically. छोलो kebab. छोलो means चावल Okay. ਤੇ ਨਾਲ ਕਬਾਬ ਸਰਵ ਹੁੰਦੇ ਨੇ.
ਓਕੇ ਗॉट ਹਾਂ ਕਬਾਬ ਦੇ ਵੇਰੀਅਸ ਟਾਈਪਸ ਹੈ, ਇੱਕ ਕਬਾਬ ਕੁਬੀਦੇ ਹੁੰਦਾ ਹੈ, ਅੱਛਾ ਤੇ ਇੱਕ ਬੈਰਗ ਹੁੰਦਾ ਹੈ, ਇੱਕ ਜੂਜੇ ਕਬਾਬ ਹੁੰਦਾ ਹੈ, ਉਹ ਚਿਕਨ ਦਾ ਹੁੰਦਾ ਹੈ. ਓਕੇ So, but it's amazing to have this delicious food because you'll know that no spices or masala is required for a good food. So, and you'll be surprised. I had my uncle visiting Tehran to our house, and he said, "I'm surprised कि मैं gravy तो बिना खाना ही कभी नहीं खाता. ਹਾਂ पता नहीं मैं किस तरह चोलो कबाब इतना अच्छा लगता है. ਅਰੇ ਵਾਹ How can it be so ਅਸੀਂ juicy ਜ਼ਰੂਰ and ਸਰਚ nice? ਕਰਕੇ ਐਪੀਸੋਡ ਵੀ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗੇ Yeah, you must go and ਦਿੱਲੀ try. ਦੇ ਵਿੱਚ, ਹਾਂ। And Iranian naans. ਅੱਛਾ Difficult to find Afghani naan ਮਿਲ ਜਾਂਦਾ ਹੈ ਇੰਡੀਆ ਵਿੱਚ. ਓਕੇ We have it even now, but Iran ਦਾ naan ਵੀ ਨਹੀਂ ਮਿਲਦਾ. ਅੱਛਾ So that's what we miss. Korme sabzi ਇੱਕ dish ਹੈ ਉੱਥੇ. I used to love, my aunt used to make it Okay. very well. ਪਿਛਲੇ ਦਿਨੀ ਕੋਚੀ ਦੇ ਵਿੱਚ ਸੀਗਾ, ਉਹ ਅਸੀਂ ਸ਼ੋਅ ਆਪਣੇ ਦਰਸ਼ਕਾਂ ਨੂੰ ਵੀ ਦਿਖਾਇਆ ਸੀਗਾ, ਤੇ ਉੱਥੇ 1965 ਚ ਇੱਕ ਫੈਮਿਲੀ ਮੂਵ ਹੋਈ ਸੀ ਐਂਡ ਦੇ ਓਨ Oh, long back. ਦੇ ਓਨ ਅ ਰੈਸਟੋਰੈਂਟ देयर ਸੇਠੀ ਦਾ ਢਾਬਾ ਐਂਡ ਮੈਨੂੰ ਕਿੱਥੇ? ਲੱਗਦਾ ਹੈ ਇਹ ਕੋਚੀ ਦੇ ਵਿੱਚ ਹੈ. ਅੱਛਾ, And ਕੋਚੀ ਵਿੱਚ ਹੈ। Okay, So okay. they are now third generation ਉੱਥੇ ਬੈਠੇ ਨੇ. ਅੱਛਾ ਅੱਛਾ. ਤੇ ਮੈਨੂੰ ਲੱਗਦਾ ਮੈਂ ਪੰਜਾਬ 'ਚ ਵੀ ਉਵੇਂ ਦਾ ਖਾਣਾ ਨਹੀਂ ਖਾਇਆ ਜੋ ਟੇਸਟ ਉਹ ਲੈ ਕੇ ਗਏ ਹੋਏ ਹਾਂ ਨੇ. ਕਿਉਂਕਿ ਸਾਰਿਆਂ ਨੂੰ ਉੱਥੋਂ ਦੀ cuisine ਮੇਰੇ ਅੱਧਾ ਖਾਣਾ ਕਿਉਂਕਿ ਇਰਾਨ ਦਾ ਐਸੈਂਸ ਆਂਦਾ ਹੈ. ਹਾਂ ਹਾਂ The style of rice I make, everybody says, how do you make this rice? ਓਕੇ So I put potatoes under the ਚਾਵਲ ਨੂੰ ਦਮ ਕਰਨ ਤੋਂ ਪਹਿਲੇ ਓਕੇ ਮੈਂ ਆਲੂ ਦੀ ਉਹ ਇੱਕ ਪਰਤ ਜੀ ਬਣਾਉਂਦੀ ਆ, ਲੇਅਰ ਜੀ. ਸੋ ਉਸ ਨੂੰ ਤਹਿਦੀਗ ਕਹਿੰਦੇ ਨੇ. ਸੋ that style of rice is in Iran only, ਇਰਾਨ ਤੋਂ ਆਇਆ. ਪਰ ਜਿੰਨੇ ਵੀ ਇੰਡੀਅਨ ਫਰੈਂਡਸ ਨੇ ਮੇਰੇ ਖਾਦਾ ਕਹਿੰਦੇ ਉਹ this is amazing. It just changes the flavor of the rice. ਤੇ ਲੈਂਗੁਏਜ ਵਾਈਜ਼ ਵੀ ਤੁਸੀਂ ਪਰਸ਼ੀਅਨ ਬੋਲਣੀ ਪਸੰਦ ਕਰਦੇ ਹੋ ਕਿ ਪੰਜਾਬੀ? ਉਹ ਮੇਰੇ ਵਾਸਤੇ ਨਾ ਇੱਕ ਚਤੁਰ ਸਿਚੁਏਸ਼ਨ ਹੁੰਦੀ ਹੈ when my kids don't understand. Okay. and I have to speak to my sister and brother. ਹਾਂ ਹਾਂ So I speak in Persian. ਹਾਂ ਹਾਂ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਤੇ ਉਹ ਬਸ ਥੋੜੇ ਚਿੜ ਜਾਂਦੇ ਨੇ. ਤੁਸੀਂ ਤੁਹਾਡੀ ਲੈਂਗੁਏਜ ਅਸੀਂ ਬੋਲਦੇ ਹੋ, ਆਪਸ ਵਿੱਚ ਅਸੀਂ ਪਰਸ਼ੀਅਨ ਬੋਲਦੇ ਆ ਕਾਫੀ ਬਹੁਤ ਜ਼ਿਆਦਾ. ਅੱਛਾ great. My mom, whenever she used to come to India, she was so used to the words in Farsi ਕਿ ਅਸੀਂ for granted ਲੈਨੇ ਕਿ ਦੂਜੇ ਨੂੰ ਤੇ ਸਮਝ ਆ ਹੀ ਜਾਏਗਾ. ਲਾਈਕ ਕੂੜੇ ਵਾਲੇ ਨੂੰ ਲੱਗੇ ਨਾ ਕੂੜੇ ਵਾਲਾ ਆਇਆ, we used to say ਅਸ਼ਕਾਲੀ ਆਇਆ ਜਾਂ ਨਹੀਂ ਆਇਆ. ਹਾਂ तो अशकाल मीन्स कूड़ा ते अशकाली मीन्स कूड़े वाला. ਓਕੇ So ये छोटे छोटे terms are ना. ਉਹ ਤੁਹਾਡੇ हाँ ਐਕਚੁਅਲੀ जी. So ਸਹਿਜ ਬਾਹਰ ਨਿਕਲਦੇ ਨੇ ਦਿਲੋਂ. we are used to those terms. ਗॉट ਇਟ. और जैसे मैं छोलो kebab किया, I forgot that you won't understand. ਹਾਂ So then I had to. ਮੈਂ ਤਾਂ ਛੋਲੇ ਐਕਚੁਅਲੀ ਲੈ ਕੇ ਜਾ ਰਿਹਾ ਸੀ ਵੀ ਕੋਈ ਮੇਰੀ ਵਾਈਟ ਤਾਂ ਬਲੈਕ नहीं, ਛੋਲੇ छोलो means चावल. चावल, छोलो okay. कहते हैं. छेलो. Actually it's छेलो. ਓਕੇ ਅਸੀਂ छोलो kebab ਕਹਿੰਦੇ ਆ. ਜਿਵੇਂ ਹੁਣ ਤਹਿਰਾਨ ਨੂੰ ਸਾਰੇ ਤਹਿਰਾਨ ਕਹਿੰਦੇ ਆ, ਅਸੀਂ ਪਿਆਰ ਨਾਲ ਥੇਹਰੂਨ ਕਹਿੰਦੇ ਆ. So we call it ਥੇਹਰੂਨੀਆ. ਓਕੇ So ਮੈਂ ਥੇਹਰੂਨੀ ਆ. ਯਾਨੀ ਕਿ ਮੈਂ ਤਹਿਰਾਨ ਤੋਂ ਆ. ਅੱਜ ਬਹੁਤ ਸੈਡ ਜੀ ਸਿਚੁਏਸ਼ਨ ਹੈ ਕਿ ਤੁਹਾਡੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ? Absolutely, I lost this ਥੋੜੇ ਟਾਈਮ ਵਾਸਤੇ ਕਿ you know ਕਿ that I remembered Tehran from that. ਜਦੋਂ ਵੀ ਕੋਈ ਨਿਊਜ਼ ਆਉਂਦੀ ਹੈ ਨਾ, to be very honest, you know, from my heart goes out to the people of Iran. I can remember the time I was there. ਇਹ ਟਾਈਮ ਤੋਂ ਉਸ ਤੋਂ ਵੀ ਖਤਰੇ ਵਾਲਾ ਹੈ. ਉਹ ਤੇ ਇਰਾਨ ਇਰਾਕ ਦੀ ਵਾਰ ਸੀ, ਹੁਣ ਤੇ ਚਲੋ US. But they are firm believers in God. ਖੁਦਾ ਰੱਬ ਵਿੱਚ ਇਤਨਾ ਵਿਸ਼ਵਾਸ ਕਰਦੇ ਨੇ ਕਿ ਜਿੰਨਾ ਸ਼ਾਇਦ ਅਸੀਂ ਵੀ ਨਾ ਕਰੀਏ. ਬਹੁਤ ਵਿਸ਼ਵਾਸ ਕਰਦੇ ਨੇ. ਉਹਨਾਂ ਨੂੰ ਪਿਓਰ ਲੱਗਦਾ ਹੈ ਕਿ ਧਰਤੀ ਨਾਲ ਪਿਆਰ ਕਰਨਾ ਆਪਣੀ ਇੱਕ ਰਿਲੀਜਨ ਇਨ ਇਟਸੈਲਫ ਇਜ਼ ਅ ਰਿਲੀਜਨ. ਤੇ ਬਹੁਤ ਆਈ ਐਕਚੁਅਲੀ ਫੀਲ ਡੈਵਸਟੇਟਡ ਜਦੋਂ ਜਿਸ ਤਰ੍ਹਾਂ ਉਹ ਸਕੂਲ ਗਰਲਸ ਦੀ ਡੈਥ ਹੋਈ ਸੀ. ਮੈਨੂੰ ਬਹੁਤ ਲੱਗਦਾ ਹੈ, ਪਰ ਇਸ ਤਰ੍ਹਾਂ ਲੱਗਦਾ ਜਿਵੇਂ ਸਾਡੇ ਹੱਥ 'ਚ ਕੋਈ ਕਿਉਂ ਨਹੀਂ ਹੈ. ਗੁੱਸਾ ਵੀ ਆਉਂਦਾ ਬਹੁਤ ਜ਼ਿਆਦਾ. ਸਮਟਾਈਮਸ ਆਈ ਗੈਟ ਐਂਗਰੀ, ਸੋ ਵਿਚ as I told you, I'm a numerologist also. ਮੈਂ ਬਹੁਤ ਕੰਟਰੋਲ ਕਰਦੀ ਹਾਂ ਕਿ ਨਾ ਕਰੋ, ਪਰ ਸਮਟਾਈਮਸ ਇਟ ਜਸਟ ਅਕੇਲੇ 'ਚ ਹੋ ਤੇ ਬੜਾ ਗੁੱਸਾ ਆਉਂਦਾ ਹੈ ਕਿ ਹਾਊ ਕੈਨ ਸਮਬਡੀ ਡੂ ਦੈਟ. ਸੋ I'm not saying right or wrong. I'm not saying, I am with the people of Iran. ਮੈਂ ਉੱਥੇ ਦੇ ਲੋਕਾਂ ਬਾਰੇ ਜ਼ਿਆਦਾ ਗੱਲ ਕਰਦੀ ਹਾਂ ਕਿ they are very very nice people. One of the best in the entire world, I tell you. ਦੁਨੀਆ ਦੇ ਸਭ ਤੋਂ ਅੱਛੇ ਲੋਕਾਂ ਵਿੱਚੋਂ ਇਰਾਨੀਅਨ ਲੋਕ ਆਉਂਦੇ ਨੇ. ਇਹ ਮੈਂ ਕੋਈ ਇਸ ਤਰ੍ਹਾਂ ਨਹੀਂ ਕਹਿ ਰਹੀ, ਮੈਂ ਆਪਣੇ ਨੂੰ ਵਿਚ ਲੈ ਸਾਡੇ ਤੋਂ ਵੀ ਅੱਛੇ ਨੇ.
ਪਰ ਜਿਹੜੀਆਂ regimes ਹਨ ਉਹਨਾਂ ਬਾਰੇ ਮੈਂ I want to balance it out that there's some things wrong, some things right about both the sides. This is the actual truth. ਵਿਸ਼ ਕਰਦੇ ਹਾਂ ਛੇਤੀ ਹੀ ਇਹ ਸਾਰਾ ਤਣਾਅ ਖਤਮ ਹੋਵੇ। ਹੋ ਜਾਏਗਾ। ਤੇ ਤੁਸੀਂ ਨਿਊਮਰੋਲੋਜੀ ਦੀ ਗੱਲ ਕਰ ਰਹੇ yeah. ਸੀ, ਤੁਸੀਂ So ਪੋਜ਼ਿਟਿਵ ਹੀ ਰਹਿਣਾ। Yeah, I think ਹਰ ਚੀਜ਼ ਦਾ conclusion ਤਾਂ ਇਹ no, ਵੀ ਅਸੀਂ I'm positive positive only. In fact, before the ceasefire, when Trump declared, you know, that one civilization, ये civilization ही खत्म कर देंगा, तो मैं पहले ही हाँ जिसने अपने FB ਦੇ पेज से लिखा है, you know, taco time again, कि मैं पता सी ये बोलेगा पर no, अरे हर एक ਦੀ ਇੱਕ ਐਡਵਾਈਜ਼ਰੀ ਹੁੰਦੀ ਹੈ। ਇਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਇਰਰਿਸਪੌਂਸਿਬਲ ਕਮੈਂਟ ਦੇ ਸਕਦੇ ਹੋ? ਅੱਜ ਤੱਕ ਕਿਸੇ ਪੋਲੀਟੀਸ਼ੀਅਨ ਨੇ ਮੈਂ ਆਪਣੀ ਉਸੇ ਜਿੰਨੀ ਵੀ ਮੇਰੀ ਲਾਈਫ ਮੈਂ ਕਦੀ ਸੁਣਿਆ ਨਹੀਂ ਹੈ। ਸੋ ਇਟ ਮੀਨਸ ਕਿ ਗੁੱਸੇ ਜਾਂ ਕਿਸੇ ਇਨਫਲੂਐਂਸ ਵਿੱਚ ਤੁਸੀਂ ਕੁਝ ਕਹਿ ਦਿਓ doesn't mean that it is going to happen. Iran can never finish. नहीं इनफैक्ट ईरान में भी इतनी पुरानी सिविलाइजेशन है, किस तरह इवेंचुअली इट इज़ पीस ओनली, सो नथिंग टू वरी, एग्जैजरेट नहीं होएगी क्योंकि अजकल मेरे ख्याल नाल बड़े सियाणे लोग हैं दुनिया विच, गल्लां जिन्नी मर्जी करन पर सब नूं पता है जंग कोई हल नहीं है ते लड़ाई करन नाल उन्ना ही अपना नुकसान होएगा। इंडिया विच सिचुएशन देख लो, बी इट गैस शॉर्टेज, लड़ाई तो उन्हां दी हो रही है, इफेक्ट तो इंडिया च आ रहा है ना, सारे दुनिया च आ रहा है एक्चुअली, आ रहा है ना। द बिगेस्ट थिंग जो उन्होंने स्ट्रेट ऑफ हॉर्मोज ਜਿਹੜੀ ਹੈ ਉਹਨਾਂ ਨੇ ਕੰਟਰੋਲ ਵਿੱਚ ਕੀਤੀ ਹੈ, that showed ਕਿ ਜਿੰਨੇ ਪੱਤੇ ਤੁਹਾਡੇ ਕੋਲ ਹਨ ਨਾ ਉਹਨੇ ਪੱਤਿਆਂ ਵਿੱਚ ਹੀ ਆਪਣੇ ਕਿਸੇ ਪੱਤੇ ਨੂੰ ਤੁਸੀਂ ਟਰੰਪ ਕਾਰਡ ਦੀ ਯੂਜ਼ ਕਰੋ। ਸੋ that what Iran did, ईरान ने वही ਕੀਤਾ ਹੈ, ਬਿਲਕੁਲ ਉਸ ਦੀ ਵੈਲਿਊ ਸਮਝਾਈ कि यू नो मैं चाहूँ तो के कुछ ना करा, छोटा ना समझो, आई एम वेरी स्ट्रोंग एंड मैं झुक नहीं सकता। और ईरान कभी झुकिया नहीं, इतने बहुत सारे मैं भी कभी नहीं झुकती, सो आई नो दिस ट्रेट कम्स फ्रॉम नहीं इतने ਮੈਨੂੰ ਲੱਗਦਾ ਸਗੋਂ ਬਹੁਤ ਸਾਰੇ ਸਿੱਖ ਜਿਹੜੇ ਵੌਇਸਿਸ ਨੇ ਉਹੀ ਆ ਰਹੀ ਹੈ ਕਿਉਂਕਿ ਸਾਨੂੰ ਵੀ ਇਸੇ ਗੱਲੋਂ ਕਿਹਾ ਗਿਆ ਵੀ ਅਸੀਂ ਦਬਣਾ ਨਹੀਂ ਹੈ। 3 ਕਾਨੂੰਨ ਬੇਸ਼ੱਕ ਇੱਥੇ ਸਰਕਾਰ ਨੇ ਲਾਗੂ ਕਰਤੇ ਸੀ ਬਟ ਅਸੀਂ ਡਟ ਕੇ ਖੜੇ ਉਹਦਾ ਟੱਕਰਾ ਕੀਤਾ ਤੇ ਪੰਜਾਬ 'ਚ ਤਾਂ ਬਹੁਤ ਵੌਇਸਿਸ ਨੇ ਕਿ ਈਰਾਨ ਨੇ ਬਹੁਤ ਅੱਛਾ ਸਟੈਂਡ ਲਿੱਤਾ ਹੈ ਕਿ ਜ਼ੁਲਮ ਦੇ ਅਗੇਂਸਟ ਉਹ ਫਾਈਟ ਲੈ ਰਿਹਾ ਹੈ। ਜ਼ਬਰਦਸਤੀ ਤੂੰ ਕੌਣ ਮੈਂ ਖਾਮਖਾ ਵਾਏ। ਉੱਥੇ ਹੀ ਤੁਹਾਨੂੰ ਉਹ ਸਵਾਲ ਉਦੋਂ ਹੀ ਪੁੱਛ ਰਿਹਾ ਸੀ ਇਸੇ ਗੱਲੋਂ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਦੋਨੋਂ ਜਿਹੜੇ ਸਿੱਖ ਕਮਿਊਨਿਟੀ ਹੈ ਤੇ ਈਰਾਨ ਦੀ ਜਿਹੜੀ ਕਮਿਊਨਿਟੀ ਹੈ ਉਹ ਇਸ ਸਟੈਂਡ ਲੈਣ ਦੇ ਵਿੱਚ ਇੱਕੋ ਜੈਸੇ ਹੀ ਨਹੀਂ ਤੁਹਾਨੂੰ ਲੱਗਦਾ? ਬਿਲਕੁਲ ਇੱਕੋ ਜਿਹੇ ਹੈ, ਬਿਲਕੁਲ ਇੱਕੋ ਜਿਹੇ ਹੈ ਕਿਉਂਕਿ ਅੜਨਾ ਸਾਨੂੰ ਵੀ ਸਿਖਾਇਆ ਵੀ ਜੇ ਜ਼ੁਲਮ ਹੋ ਰਿਹਾ ਤੇ ਉਹਦੇ नहीं, अगर किसी ने मरना है तो सिर चुक के मरो ना। सिखिज्म तो पहले ही कह रही है अगर मारने तो सामने तो मार, पिट पिछे ना मार, बिल्कुल, और किसी दी आड़े च ना मार। ईरान ते लिबनान असे इस करके लड़दा है क्योंकि वो बहुत दोस्त हैं, भरान इक्को जिहा ओ है सारा, यू नो देयर कम्युनिटीज आर क्वाइट सिमिलर, फूड इज सिमिलर। हुण सारियां नूं ये चीज़ नहीं पता, लेकिन इजराइल ते यूएस आई थिंक दे आर डिपेंडेंट ऑन ईच अदर in some ways. See, demonstration is happening in America also, ਸੁਣਿਆ ਹੀ ਹੋਏਗਾ, ਮੈਨੂੰ ਵੀ ਸੁਣਨ ਦੇ ਚੋਈ ਆ ਰਿਹਾ ਜੋ ਤੁਹਾਨੂੰ ਆ ਰਿਹਾ, ਠੀਕ ਹੈ। ਤੁਸੀਂ ਤੇ ਇਨਫੈਕਟ ਯੂ ਰਨ ਦ ਚੈਨਲ, ਨਿਊਜ਼ ਚੈਨਲ, ਤੁਹਾਨੂੰ ਬੈਟਰ ਪਤਾ ਹੋਏਗਾ। ਉੱਥੇ ਵੀ ਤੇ ਲੋਕ ਸਟਰੀਟ ਤੇ ਬਿਲਕੁਲ ਤੇ ਕਿ ਹਿੰਦੁਸਤਾਨ ਚਾਈਨਾ ਸਾਰੇ ਮਿਲ ਕੇ ਕਹਿਣ ਕਿ ਤੁਹਾਡੇ ਪਬਲਿਕ ਦੀ ਅਸੀਂ ਹੈਲਪ ਕਰਨ ਚੱਲਦੇ ਆ, ਵੀ ਵਿਲ ਫਾਈਟ ਐਂਡ ਫਰੀ ਦ ਪਬਲਿਕ, ਕਹਿ ਰਹੇ ਆ। ਸੋ ਕਰ ਲੈ, ਉਹੀ ਗੱਲ ਹੈ, ਸੇਮ ਚੀਜ਼ ਹੈ ਨਾ। ਨਹੀਂ ਪੰਜਾਬ ਨੇ, ਮੈਂ ਜਸ ਸਪੈਸੀਫਿਕਲੀ ਪੰਜਾਬ ਦੀ ਗੱਲ ਕਰਾਂ, ਪੰਜਾਬ ਨੇ ਪਹਿਲੇ ਦਿਨ ਹੀ ਸਟੈਂਡ ਲੈ ਲਿਆ ਸੀਗਾ ਤੇ ਈਰਾਨ ਦੇ ਨਾਲ ਅਸੀਂ ਆਪਣੀ ਹਮਦਰਦੀ ਦਿਖਾਈ ਹੈ ਕਿ ਅਸੀਂ ਉਹਦੇ ਨਾਲ ਖੜੇ ਹਾਂ ਤੇ ਬਹੁਤ ਜਲਦੀ ਉਮੀਦ ਵੀ ਹੈ, ਚਲੋ ਵਿਸ਼ ਵੀ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਇਹ ਸਾਰਾ ਤਣਾਅ ਖਤਮ ਹੋਵੇ ਤੇ ਫਿਰ ਅਮਨ ਬਹਾਲ ਹੋਵੇ ਤੇ ਹੋ ਜਾਏਗਾ ਜਲਦ। ਅਸੀਂ ਇਫ ਇਜ਼ਰਾਈਲ ਡਸਨਟ ਡੂ ਐਨੀਥਿੰਗ, ਇਰਾਨੀਅਨਸ ਆਰ ਨਾਟ ਦ ਪੀਪਲ ਜੋ ਕੰਪਰੋਮਾਈਜ਼ ਨਹੀਂ ਕਰਦੇ, ਝੁਕਦੇ ਨਹੀਂ ਹਨ। ਇਨਫੈਕਟ ਤੁਸੀਂ ਉਹ ਦੇਖਿਆ ਜਿਹੜਾ ਪਾਇਲਟ ਉੱਥੇ फाइटर प्लेन का पायलट उन्होंने मिले अमेरिका, उसकी मदर का कुछ ऐसी, आई ऑल्सो रेड इट ऑन द न्यूज़ चैनल। मैंने नहीं पता कितनी ऑथेंटिक है, ऑब्वियसली बिकॉज आई एम अ फिल्म मेकर, नॉट न्यूज़ का मैंने ना होनी है पता कि क्या है ऑथेंटिसिटी समटाइम्स। लेकिन ईरान ने स्टेटमेंट दी ना कि इस पायलट दी जैसा, और कोई अब्यूसिव लैंग्वेज यूज़ की है कुछ नहीं, उस तो ज़्यादा अच्छा रखेंगे जिन्ना उदा
ਸਿਟੀਜ਼ਨ ਆਪਣੀ ਕੰਟਰੀ 'ਚ ਸੇਫ ਨਾ ਫੀਲ ਕਰੇ। ਬਿਲਕੁਲ ਉਸਦੀ ਮਦਰ ਨੂੰ ਅਸ਼ੋਰੈਂਸ ਉਸਨੇ ਕਿੰਨੀ ਅੱਛੀ ਦੇ ਦਿੱਤੀ ਕਿ ਮਾਂ ਤੇ ਉਹ ਪੁੱਤਰ ਹੀ ਹੈ ਨਾ, ਬਿਲਕੁਲ ਦੇਸ਼ ਵਾਸਤੇ ਜੋ ਵੀ ਹੈ, ਸੋ ਹੀ ਇਜ਼ ਸੇਫ। ਸਿਰਫ ਉਹਨੇ ਇਹ ਕਹਿਣਾ ਕਿ ਇੱਕ ਪਾਇਲਟ ਦੇ ਬਦਲੇ 1 ਲੱਖ ਪੈਲੇਸਟੀਨੀਅਨ ਪ੍ਰਿਜ਼ਨਰਸ ਨੂੰ ਮੈਂ ਰਿਹਾ ਕਰਾਂਗਾ। That's their way of doing it. But yes, the Strait of Hormuz, the control and putting a value across the world, कि this is a vital artery, you know, to the ਹੁਣ ਤਾਂ ਪੂਰੇ ਦੇਸ਼ ਦੁਨੀਆ ਵਾਸਤੇ ਹੀ ਹੋ ਗਿਆ ਹੈ, ਦੁਨੀਆ ਨੂੰ ਸਮਝ ਵੀ ਆ ਗਿਆ ਵੀ ਉਸ ਜਗ੍ਹਾ ਦੀ ਕਿੰਨੀ ਇੰਪੋਰਟੈਂਸ ਹੈ। ਹੁਣ ਪਤਾ ਚੱਲੀ, ਜਦੋਂ ਖੁੱਲੀ ਸੀ ਕਿਸੇ ਨੂੰ ਸਮਝ ਨਹੀਂ ਆਈ। ਈਰਾਨ ਨੂੰ ਹਲਕੇ ਮੇ ਲੈ ਰਹੇ ਸਨ, ਈਰਾਨ ਨੂੰ ਹਲਕੇ 'ਚ ਲੈ ਰਹੇ ਸਨ, ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਤਨੀ ਪੁਰਾਣੀ ਸਿਵਲਾਈਜੇਸ਼ਨ ਹੈ, ਕਿਤਨੀ ਸਪਿਰਿਚੁਅਲ ਹੈ। ਇਹ ਵੀ ਕਿਹਾ ਗਿਆ ਕਿ ਗੁਰੂ ਨਾਨਕ ਦੇਵ ਜੀ ਤਹਿਰਾਨ ਤੋਂ ਹੋ ਕੇ ਬਗਦਾਦ ਗਏ ਸਨ। ਬਿਲਕੁਲ ਬਿਲਕੁਲ ਕੁਝ ਤੇ ਇਸੇ 'ਚ ਹੈ, though I don't have that kind of a proof for it, but yes। ਤੇ ਤੁਸੀਂ ਜਿੱਥੇ ਗੁਰੂਆਂ ਨੇ ਪੈਰ ਇੱਕ ਵਾਰ ਧਰ ਦਿੱਤਾ, ਗੁਰੂਆਂ ਦੀ ਇਸੇ ਗੱਲ ਤੇ ਅਸੀਂ ਤੁਸੀਂ ਜੋ ਮਰਜ਼ੀ ਕਰ ਲਓ। ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਸਟੂਡੀਓ ਵਿੱਚ ਆਏ। ਜਿਵੇਂ ਬਾਬੇ ਨਾਨਕ ਨੇ, ਮੈਨੂੰ ਵੀ ਬਹੁਤ ਅੱਛਾ ਲੱਗਿਆ ਕਰਨ ਜੀ, ਸਰਬੱਤ ਦਾ ਭਲੇ ਦੀ ਵੈਸੇ ਹੀ ਗੱਲ ਕੀਤੀ ਹੈ। ਬਿਲਕੁਲ ਬਿਲਕੁਲ, ਤੇ ਆਸ ਕਰਦੇ ਹਾਂ ਕਿ ਸਰਬੱਤ ਦਾ ਭਲਾ ਹੋਵੇ ਤੇ ਬਿਲਕੁਲ ਛੇਤੀ ਤੋਂ ਛੇਤੀ ਅਮਨ ਪੂਰੇ ਵਰਲਡ ਦੇ ਵਿੱਚ। ਬਿਲਕੁਲ ਧੰਨਵਾਦ। ਹਾਂਜੀ, ਥੈਂਕ ਯੂ ਜੀ। Subscribe to One India and never miss an update. Download the One India app now.